ਅਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਇਹਨੂੰ ਤੇ ਖੁਦਾ ਤੋਂ ਹੀ ਕੋਈ ਲਾਨਤ ਪਈ ਤੇ ਲਾਨਤਾਂ ਅਸੀਂ ਕਮਾਈਆਂ ਨੇ ਆਪਣੇ ਕਿਰਦਾਰ ਨੂੰ ਖਰਾਬ ਕਰਕੇ, ਆਪਣੇ ਆਪ ਨੂੰ ਭੈੜਾ ਕਰਕੇ, ਬੁਰੀਆਂ ਚੀਜ਼ਾਂ 'ਚ ਪੈ ਕੇ ਜਾਏਗੀ। ਜੋ ਮੈਂ ਕਮਾਇਆ ਹੈ ਉਹ ਅੱਗੇ ਜਾਣਾ ਹੈ। ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਬਰਕਤ ਮੈਂ ਲੈ ਰਿਹਾ ਉਹ ਵਾਕਈ ਬਰਕਤ ਹੈ ਜਾਂ ਲਾਨਤ ਹੈ। ਨਜਾਇਜ਼ ਨਾ ਖਾਓ। ਇੱਕ ਗੱਲ ਯਾਦ ਰੱਖਣਾ ਕਿ ਜਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਅਸੀਂ ਦੇਖਦੇ ਆ ਕਿ ਬਰਕਤਾਂ ਚੱਲਦੀਆਂ ਨੇ। ਦੁਨੀਆਦਾਰੀ ਦੇ ਨਿਜ਼ਾਮ ਨੂੰ ਲੈ ਕੇ ਇੱਕ ਗੱਲ ਨੂੰ ਅਸੀਂ ਸਮਝ ਗਏ ਤੇ ਸਾਨੂੰ ਪਤਾ ਲੱਗਦਾ ਏ ਕਿ ਜੋ ਕੁਛ ਮਾਂ ਪਿਓ ਦਾ ਵੇ ਉਹ ਔਲਾਦ ਦਾ ਹੁੰਦਾ ਹੈ। ਮਾਂ ਪਿਓ ਦੇ ਕੋਲ ਜਿਹੜੀ ਬਰਕਤ ਹੈ ਉਹ ਔਲਾਦ ਦੇ ਕੋਲ ਆਏਗੀ। ਦੁਨੀਆਦਾਰੀ ਦੇ ਨਿਜ਼ਾਮ ਦੇ ਵਿੱਚ ਮਾਂ ਬਾਪ ਦਾ ਇੱਕ ਵੱਡਾ ਕਾਰ ਹੈ, ਗੱਡੀ ਹੈ, ਜੋ ਵੀ ਚੀਜ਼ਾਂ ਨੇ, ਉਹਨਾਂ ਦੇ 2-4 ਬੱਚੇ ਹੋਣ, ਉਹਨਾਂ ਦੇ ਬੇਟੇ ਹੋਣ, ਜਦੋਂ ਉਹ ਇਸ ਦੁਨੀਆ ਦੇ ਵਿੱਚੋਂ ਜਾਣਗੇ, ਮਾਂ ਪਿਓ ਜਦੋਂ ਜਾਏਗਾ ਤੇ ਉਹਨਾਂ ਦੇ ਵਿੱਚ ਹਮੇਸ਼ਾ ਇੱਕ ਗੱਲ ਹੋਏਗੀ ਕਿ ਹੁਣ ਹਿਸਾਬ ਕਿਤਾਬ ਕਰ ਲਿਆ ਜਾਏ, ਹੁਣ ਵੰਡ ਲਈਆਂ ਜਾਣ ਚੀਜ਼ਾਂ। ਕਿਉਂ? ਕਿਉਂਕਿ ਇਹ ਕਿਹਦੀਆਂ ਏ? ਇਹ ਸਾਡੇ ਪਿਓ ਦੀਆਂ ਚੀਜ਼ਾਂ ਨੇ। ਉਹ ਹੁਣ ਜਿੰਨੇ ਪੈਸੇ ਬਣਨ ਉਹ ਫਿਰ ਸਾਰਿਆਂ ਦੇ ਵਿੱਚੋਂ ਤਕਸੀਮ ਹੁੰਦਾ ਹੈ, ਉਹ ਦਿੱਤਾ ਜਾਂਦਾ ਸਾਰਿਆਂ ਨੂੰ ਕਿ ਨਹੀਂ ਜੀ ਇਹ ਤੁਹਾਡਾ ਹੈ। ਕਿਉਂ? ਕਿਉਂਕਿ ਇਹ ਮਾਂ ਪਿਓ ਦਾ ਹੈ। ਤੇ ਯਾਦ ਰੱਖੋ ਇਹ ਕੀ ਹੈ? ਇਹ ਬਰਕਤਾਂ ਨੇ। ਇਹ ਬਰਕਤਾਂ ਨੇ ਜਿਹੜੀਆਂ ਦੁਨਿਆਵੀ ਨਿਜ਼ਾਮ ਦੇ ਵਿੱਚ ਮਿਲਦੀਆਂ ਨੇ। ਦੁਨੀਆਦਾਰੀ ਦੇ ਵਿੱਚ ਰਹਿ ਕੇ ਜਿਹੜੀਆਂ ਚੀਜ਼ਾਂ, ਜਿਹੜੀਆਂ ਬਰਕਤਾਂ ਲੋਕਾਂ ਦੇ ਕੋਲ ਆਉਂਦੀਆਂ ਉਹ ਸੇਮ ਇਸੇ ਤਰ੍ਹਾਂ ਹੀ ਹੈ ਕਿ ਜਨਾਬ ਜਿਸ ਤਰ੍ਹਾਂ ਮਾਂ-ਬਾਪ ਜਾਏਗਾ ਜਾਂ ਨਾ ਵੀ ਜਾਏ, ਕੁਝ ਐਸੇ ਹੁੰਦੇ ਨੇ ਜਿਹੜੇ ਜ਼ਿੰਦਾ ਰਹਿੰਦੇ ਹੋਏ ਵੀ ਵੰਡ ਦਿੰਦੇ ਨੇ ਕਿ ਲੋ ਵੀ ਪੁੱਤਰੋ ਅੱਜ ਤੁਹਾਡੀਆਂ ਜੇ। ਅੱਛਾ, ਇਹ ਹੋ ਗਿਆ ਦੁਨੀਆਦਾਰੀ ਦੇ ਨਿਜ਼ਾਮ ਦੇ ਹਿਸਾਬ ਦੇ ਨਾਲ ਜਿਹੜਾ ਤਰੀਕਾ ਚੱਲਦਾ ਹੈ। ਦੁਨੀਆਦਾਰੀ ਦੇ ਨਿਜ਼ਾਮ ਦੇ ਹਿਸਾਬ ਦੇ ਨਾਲ ਇਹ ਤਰੀਕਾ ਆ ਗਿਆ। ਇਸ ਤੋਂ ਇਲਾਵਾ ਮੈਡੀਕਲੀ ਵੀ ਇਹ ਮਾਮਲਾ ਰਿਹਾ ਇੱਕ ਕਿ ਜਦੋਂ ਤੁਸੀਂ ਡਾਕਟਰਾਂ ਦੇ ਕੋਲ ਜਾਓ ਤੇ ਜਾ ਕੇ ਟੈਸਟ ਕਰਵਾਓ ਤੇ ਉਹ ਪੂਰੀ ਹਿਸਟਰੀ ਤੁਹਾਡੇ ਕੋਲ ਲੈਂਦੇ ਨੇ। ਫਿਰ ਪੁੱਛਣਗੇ ਸ਼ੂਗਰ ਹੈ ਵੇ? ਤੁਹਾਡੇ ਮਾਪਿਓ ਨੂੰ ਹੈ? ਕਿਸੇ ਨੂੰ ਹੈ ਤੇ ਨਹੀਂ? ਫਿਰ ਕੋਈ ਬਿਮਾਰੀ ਹੋਏ ਤੇ ਕਹਿਣਗੇ ਕਿ ਇਸ ਬਿਮਾਰੀ ਦੇ ਨਾਲ ਕੋਈ ਮਰਿਆ ਤੇ ਨਹੀਂ ਸੀ? ਇਹ ਸਾਰੀਆਂ ਗੱਲਾਂ ਪੁੱਛੀਆਂ ਹਿਸਟਰੀ ਦੇ ਵਿੱਚ, ਸਾਰੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਕਿ ਜਨਾਬ ਤੁਹਾਡੇ ਆਬਾਓ ਅਜਦਾਦ ਦੇ ਨਾਲ, ਤੁਹਾਡੇ ਪਿਓ ਦਾਦਿਆਂ ਦੇ ਵਿੱਚੋਂ ਕਿਸੇ ਨਾਲ ਪ੍ਰੋਬਲਮ ਤੇ ਨਹੀਂ ਸੀ ਹੋਈ? ਤੇ ਅਸੀਂ ਅਕਸਰ ਵੇਖਿਆ ਕਿ ਖਾਨਦਾਨ ਦੇ ਵਿੱਚ ਇੱਕ ਬੰਦੇ ਨੇ ਮਰਨਾ ਸ਼ੁਰੂ ਕੀਤਾ, ਉੱਤੋਂ ਮਾਮਲਾ ਸ਼ੁਰੂ ਹੋਇਆ ਸੀ ਬ੍ਰੇਨ ਹੈਮਰੇਜ ਦਾ, ਦਿਮਾਗ ਦੀਆਂ ਨਸਾਂ ਫਟਣ ਦੇ ਨਾਲ, ਹਾਰਟ ਅਟੈਕ ਦੇ ਨਾਲ, ਤੇ ਉਹੀ ਨਿਜ਼ਾਮ ਚੱਲ ਰਿਹਾ ਹੁੰਦਾ, ਥੱਲੇ ਉਹੀ ਚੱਲਦਾ ਆ ਰਿਹਾ ਹੁੰਦਾ। ਮਤਲਬ ਕਿ ਮੈਡੀਕਲੀ ਵੀ ਇਹ ਚੀਜ਼ ਜ਼ਾਹਰ ਹੋ ਗਈ ਕਿ ਚੀਜ਼ਾਂ ਨਾਲ ਚੱਲਦੀਆਂ ਬਲੱਡ ਦੇ ਵਿੱਚ। ਕਿਉਂ? ਕਿਉਂਕਿ ਜਿਹੜਾ ਬਲੱਡ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਹੁੰਦੀਆਂ ਉਹ ਸਾਰੀਆਂ ਕੀ ਕਰਦੀਆਂ? ਉਹ ਔਲਾਦ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਜੋ ਕੁਛ ਹੈ। ਅੱਛਾ, ਹੁਣ ਆਪਾਂ ਬਿਬਲੀਕਲੀ ਵੇਖੀਏ, ਆਪਾਂ ਬਾਈਬਲ ਨੂੰ ਸਾਹਮਣੇ ਰੱਖਦੇ ਹੋਇਆ ਵੇਖੀਏ ਤੇ ਖੁਦਾ ਨੇ ਵੀ ਇੱਕ ਗੱਲ ਕੀਤੀ, ਆਪਾਂ ਉਹਨੂੰ ਦੇਖਾਂਗੇ। ਹਾਲੇਲੂਇਆ। ਤੁਸੀਂ ਮੇਰੇ ਨਾਲ ਦੇਖੋਗੇ ਖਰੂਜ 20 ਬਾਪ ਉਹਦੀ 3 ਆਇਤ ਤੋਂ ਆਪਾਂ ਪढ़ांगे। मेरे हजूर तू गैर मबूदों को ना मानना, तू अपने लिए कोई तराशी हुई मूरत ना बनाना, ना किसी चीज की सूरत बनाना जो ऊपर आसमान में या नीचे जमीन पर या जमीन के नीचे पानी में है। 5 आयत, तू उनके आगे सजदा ना करना और ना उनकी इबादत करना, क्योंकि मैं खुदावन तेरा खुदा गयूर खुदा हूं, और जो मुझसे अदावत रखते हैं उनकी औलाद को 3री और 4थी पुश्त तक बाप दादा की बदकारी की सजा देता हूं। हालेलुया। 6 आयत, और हजारों पर जो मुझसे मोहब्बत रखते और मेरे हुक्मों को मानते हैं रहम करता हूं। मैं रहम भी करना वा पर मैं सजा भी देना वा, ਤੇ ਫਿਰ 3ਰੀ ਤੇ 4ਥੀ ਪੁਸ਼ਤ ਤੱਕ ਜਿਹੜਾ ਨਾ ਮੈਂ ਸਜ਼ਾ ਦੇਣਾ ਵਾ। ਪਿਓ ਦਾਦਿਆਂ ਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਮੈਂ ਬੱਚਿਆਂ ਨੂੰ ਵੀ ਦੇਣਾ ਵਾ। ਮੈਂ ਉਹਨਾਂ ਦੀ ਔਲਾਦ ਤੇ ਵੀ ਉਹਨਾਂ ਲਾਨਤਾਂ ਨੂੰ, ਉਹਨਾਂ ਪ੍ਰੋਬਲਮ ਨੂੰ, ਉਹਨਾਂ ਬਰਕਤਾਂ ਨੂੰ ਲੈ ਕੇ ਆਣਾ ਵਾ। ਮੈਂ ਇਹੋ ਜਿਹਾ ਖੁਦਾ ਵਾ। ਹੁਣ ਮੈਂ ਕੀ ਕਰਨਾ ਵਾ? ਮੈਂ ਖੁਦਾਵੰ ਤੇਰਾ ਖੁਦਾ ਗਯੂਰ ਖੁਦਾ ਵਾ, ਗੈਰਤ ਵਾਲਾ ਖੁਦਾ ਵਾ। ਤੇ ਜਿਹੜੇ ਮੇਰੇ ਨਾਲ ਅਦਾਵਤ ਰੱਖਦੇ ਨੇ, ਅਦਾਵਤ ਦਾ ਮਤਲਬ ਕੀ? ਅਦਾਵਤ ਦਾ ਮਤਲਬ ਹੈ ਕਿ ਅਗਰ ਤੂੰ ਮੇਰੇ ਤੋਂ ਇਲਾਵਾ, ਖੁਦਾ ਕਹਿੰਦੇ ਅਗਰ ਤੂੰ ਮੇਰੇ ਤੋਂ ਇਲਾਵਾ ਕਿਸੇ ਦੀ ਇਬਾਦਤ ਕਰੇਗਾ, ਅਗਰ ਤੂੰ ਮੇਰੇ ਤੋਂ ਇਲਾਵਾ ਕਿਸੇ ਕੋਲ ਗਿਆ ਤੇ ਤੂੰ ਕੀ ਕੀਤਾ? ਤੂੰ ਮੇਰੇ ਨਾਲ ਅਦਾਵਤ ਰੱਖੀ, ਤੂੰ ਮੈਨੂੰ ਜਾਣਿਆ ਨਹੀਂ, ਤੂੰ ਮੈਨੂੰ ਸਮਝਿਆ ਨਹੀਂ। ਤੇ ਜੇ ਤੂੰ ਇੰਜ ਕਰੇਗਾ, ਅਗਰ ਤੂੰ ਮੇਰੇ ਕੋਲ ਨਹੀਂ ਆਏਗਾ ਤੇ ਫਿਰ ਮੈਂ ਕੀ ਕਰਾਂਗਾ?
ਮੈਂ ਤੇਰੇ ਗੁਨਾਹਾਂ ਦੀ ਸਜ਼ਾ ਜਿਹੜੀ ਏ ਉਹ ਤੀਜੀ ਤੇ ਚੌਥੀ ਪੁਸ਼ਤ ਤੱਕ ਤੇਰੀ ਔਲਾਦ ਨੂੰ ਉਹ ਸਜ਼ਾ ਦਿਆਂਗਾ। ਕਿਉਂ? ਕਿਉਂਕਿ ਤੂੰ ਮੇਰੀ ਕਦਰ ਨਹੀਂ ਕੀਤੀ, ਤੂੰ ਮੈਨੂੰ ਜਾਣਿਆ ਨਹੀਂ, ਤੂੰ ਮੈਨੂੰ ਖੁਦਾ ਨਹੀਂ ਸਮਝਿਆ, ਬਲਕਿ ਤੂੰ ਗੈਰ ਮਬੂਦਾ ਵੱਲ ਗਿਆ, ਤੂੰ ਦਰਬਾਰਾਂ ਤੇ ਗਿਆ, ਤੂੰ ਸਜਦੇ ਕੀਤੇ, ਤੂੰ ਦੀਵੇ ਬਾਲੇ, ਤੂੰ ਦੂਜੀਆਂ ਚੀਜ਼ਾਂ 'ਚ ਪਿਆ ਰਿਹਾ, ਤੂੰ ਮੇਰੇ ਤੋਂ ਜ਼ਿਆਦਾ ਇੰਪੋਰਟੈਂਸ ਜਿਹੜੀ ਏ ਉਹ ਕਿਸੇ ਹੋਰ ਨੂੰ ਦਿੱਤੀ। ਇਸ ਤੋਂ ਮੈਂ ਕੀ ਕਰਾਂਗਾ? ਮੈਂ ਅਦਾਵਤ ਰੱਖਾਂਗਾ ਤੇਰੇ ਨਾਲ। ਹਾਲੇਲੂਇਆ। ਹੁਣ ਆਪਾਂ ਇਸ ਗੱਲ ਨੂੰ ਸਮਝ ਰਹੇ ਕਿ ਤੀਸਰੀ ਤੇ ਚੌਥੀ ਪੁਸ਼ਤ ਜਿਹੜੀ ਆਪਾਂ ਹੁਣ ਆਪਣੇ ਤੋਂ ਹਿਸਾਬ ਲਾਣਾ ਹੈ, ਕਿ ਕਿਉਂਕਿ ਮੇਨ ਮਾਮਲਾ ਕੀ ਹੈ? ਆ ਕੇ ਕਲਾਮ ਸੁਣਨ ਦਾ ਮਕਸਦ ਇਹ ਕਿ ਮੈਂ ਜਾਣਾ ਕਿ ਮੇਰੀ ਜ਼ਿੰਦਗੀ 'ਚ ਜੋ ਹੋ ਰਿਹਾ ਉਹ ਕਿਉਂ ਹੋ ਰਿਹਾ ਹੈ। ਮੇਰੀ ਜ਼ਿੰਦਗੀ 'ਚ ਮੈਂ ਚਾਹਨਾ ਵਾ ਕਿ ਬਿਹਤਰ ਹੋਏ ਤੇ ਉਹ ਕਿਸ ਤਰ੍ਹਾਂ ਹੋਏਗੀ, ਮੈਂ ਕਿਸ ਤਰ੍ਹਾਂ ਬਿਹਤਰ ਕਰਾਂਗਾ। ਤੇ ਬਿਹਤਰ ਕਰਨ ਦੇ ਵਿੱਚ ਜਿਹੜੇ ਮਸਲੇ ਨੇ ਉਹਨਾਂ ਸਾਰਿਆਂ ਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਕੱਢਣਾ ਪਏਗਾ। ਜਦੋਂ ਨਿਕਲਣਗੇ ਮੇਰੀ ਜ਼ਿੰਦਗੀ ਬਿਹਤਰ ਹੋਏਗੀ। ਤੇ ਇੱਥੇ ਕਿ ਨਹੀਂ ਕਿ ਅਗਰ ਤੂੰ ਗੈਰ ਮਬੂਦਾਂ ਦੇ ਕੋਲ ਗਿਆ, ਅਗਰ ਤੂੰ ਉਹਨਾਂ ਦੀ ਪ੍ਰਸਤਿਸ਼ ਕੀਤੀ, ਅਗਰ ਤੂੰ ਹੋਰ ਚੱਕਰਾਂ ਦੇ ਵਿੱਚ ਪਿਆ, ਤੇ ਫਿਰ ਕੀ? ਮੇਰੇ ਨਾਲ ਤੂੰ ਅਦਾਵਤ ਰੱਖੀ, ਤੇ ਜਦੋਂ ਤੂੰ ਮੇਰੇ ਨਾਲ ਅਦਾਵਤ ਰੱਖੇਗਾ ਤਾਂ ਫਿਰ ਮੈਂ ਸਜ਼ਾ ਦਿਆਂਗਾ। ਹਾਲੇਲੂਇਆ। ਹੁਣ ਆਪਾਂ ਤੀਸਰੀ ਤੇ ਚੌਥੀ ਪੁਸ਼ਤ ਨੂੰ ਸਮਝੀਏ, ਉਹ ਕੀ ਹੈ? ਫਰਾਜ਼ ਆਜਾ ਯਾਰ ਜ਼ਰਾ ਇੱਥੇ। ਹਾਲੇਲੂਇਆ। ਯਾਰ ਤੁਸੀਂ ਵੀ ਆ ਜਾਓ, ਆ ਜਾਓ। ਦੀਪਕ ਵੀ ਆ ਜਾ ਯਾਰ, ਆਈ ਜਾ ਤੂੰ ਵੀ ਆ ਜਾ ਭਾਈ। ਗੌਰ ਨਾਲ ਵੇਖ ਰਿਹਾ, ਤੂੰ ਪਰਾਂ ਚਲਾ ਜਾ ਯਾਰ, ਕਿਸੇ ਦਾ ਹਿਸਾਬ ਲੱਗ ਜਾਵੇ ਨਾ। ਗੱਲ ਨੂੰ ਸਮਝਣਾ ਬੜੇ ਧਿਆਨ ਦੇ ਨਾਲ। ਹੁਣ ਪੁਸ਼ਤਾਂ ਦਾ ਮਾਮਲਾ ਕਿਸ ਤਰ੍ਹਾਂ ਹੈ ਸਮਝ ਲਓ। ਇਹ ਤੁਸੀਂ ਹੋ, ਇਹ ਫਰਾਜ਼ ਹੈ ਜਿਹੜਾ, ਇਹ ਸਾਰੇ ਤੁਸੀਂ ਹੋ। ਇਹ ਤੁਸੀਂ ਇਹ ਵੇਖਣਾ ਹੈ ਕਿ ਭਾ ਆਮਰ ਏ, ਪਰਵੇਜ਼ ਏ, ਜਨਾਬ ਜਬਰਾਨ ਸਾਹਿਬ, ਮਤਲਬ ਇਹ ਜਿੰਨੇ ਵੀ ਨੇ, ਇਹ ਉਹ ਬੰਦਾ ਏ। ਮੈਂ ਕਿਹਾ ਪਹਿਲੇ ਇਹ ਗੱਲ ਖਤਮ ਕਰਦਾ ਨਾ, ਇਹਨਾਂ ਨੇ ਹਿਸਾਬ ਪੁੱਠਾ ਲਾ ਲੈਣਾ। ਇਹ ਤੁਸੀਂ ਹੋ, ਇਹ ਫਰਾਜ਼ ਨਹੀਂ, ਇਹ ਤੁਸੀਂ ਹੋ। ਹੁਣ ਫਰਾਜ਼ ਦੀ ਪਹਿਲੀ ਪੁਸ਼ਤ ਜਿਹੜੀ ਹੋਏਗੀ ਨਾ, ਉਹ ਇਹਦਾ ਮਾਂ ਪਿਓ ਹੋਏਗਾ। ਗੱਲ ਨੂੰ ਬੜੇ ਧਿਆਨ ਦੇ ਨਾਲ, ਮਤਲਬ ਇਹ ਤੁਸੀਂ ਹੋ, ਇਹ ਤੁਹਾਡਾ ਮਾਂ ਪਿਓ। ਹੁਣ ਇਹ ਆ ਗਈ ਪਹਿਲੀ ਪੁਸ਼ਤ, ਜਿਹਦੇ ਵਿੱਚ ਮਾਂ ਪਿਓ, ਮਾਂ ਤੇ ਪਿਓ, ਦੋ ਜਣੇ ਇਹ ਹੋ ਗਏ। ਸਭ ਤੋਂ ਪਹਿਲੀ ਪੁਸ਼ਤ ਦੇ ਵਿੱਚ ਦੋ ਜੀ ਨੇ, ਤੁਹਾਡਾ ਮਾਂ ਪਿਓ ਹੈ, ਠੀਕ ਹੈ। ਹੁਣ ਦੂਜੀ ਪੁਸ਼ਤ ਹੈ ਜਿਹੜੀ, ਦੂਜੀ ਪੁਸ਼ਤ ਦੇ ਵਿੱਚ ਇੱਥੇ ਆ ਗਿਆ ਮਾਂ ਪਿਓ। ਹੁਣ ਦੂਜੀ ਪੁਸ਼ਤ ਦੇ ਵਿੱਚ ਤੁਹਾਡਾ ਦਾਦਾ ਹੋਏਗਾ, ਹਨਾ? ਦੂਜੀ ਪੁਸ਼ਤ ਦਾਦਾ ਆਏਗਾ। ਹੁਣ ਦਾਦਾ ਆਇਆ ਜਿੱਥੇ, ਗੱਲ ਨੂੰ ਸਮਝੋ, ਜਿੱਥੇ ਦਾਦਾ ਆਇਆ, ਹੁਣ ਇੱਥੇ ਇਹਨਾਂ ਦੋਵਾਂ ਦੇ ਆਏ ਨਾ, ਮਾਂ ਪਿਓ ਦੇ ਦੋਵਾਂ ਦੇ ਆਏ। ਇੱਥੇ ਦੋ ਸਨ, ਇੱਥੇ ਕਿੰਨੇ ਹੋਣਗੇ? ਇੱਥੇ 4 ਜਣੇ ਹੋ ਜਾਣਗੇ। ਹੁਣ 2 ਤੇ 4 6 ਗਿਣੀ ਜਾਣਾ। ਕਿਉਂ? ਕਿਉਂਕਿ ਇੱਥੇ 2 ਜਣੇ, ਇੱਥੇ ਇੱਕ 2 ਸਨ, ਹੁਣ ਇੱਥੇ ਆ ਕੇ 4 ਜਣੇ ਹੋ ਜਾਣਗੇ। ਅੱਗੇ ਆਏਗੀ ਤੀਜੀ ਪੁਸ਼ਤ। ਤੀਜੀ ਪੁਸ਼ਤ ਦੇ ਵਿੱਚ ਜਿਹੜੇ 4 ਨੇ, ਇਹਨਾਂ ਦੇ ਨਾਲ ਇੱਕ ਇੱਕ ਰਲੇ ਤੇ ਹੋ ਗਏ 8। ਸ਼ੇਰੇ ਕਾਊਂਟਿੰਗ ਕਰੀ ਜਾਈ, ਇੱਥੇ ਤੱਕ ਕਿੰਨੇ ਸਨ? 6 ਹੋ ਗਏ ਨਾ, 2 ਪਿੱਛੇ, 2 ਤੇ 4 6 ਤੇ ਤੀਜੀ ਪੁਸ਼ਤ ਦੇ ਵਿੱਚ ਕਿੰਨੇ ਬਣੇ? 8 ਤੇ 8 ਤੇ ਨਾਲ 8 16। ਇਹ ਟੋਟਲ ਕਿੰਨੇ ਹੋਏ ਹੁਣ? 16 32। ਕਿਸੇ ਨੇ ਵੀ ਪੀਰੀ ਫਕੀਰੀ ਕੀਤੀ ਹੋਈ, ਕਿਸੇ ਨੇ ਵੀ ਜਾਦੂਗਰੀ ਦੇ ਵਿੱਚ ਰਿਹਾ ਹੋਇਆ, ਖੁਦਾ ਨੂੰ ਨਾ ਮੰਨਿਆ ਹੋਇਆ, ਇਹਨਾਂ ਸਾਰਿਆਂ ਦੇ ਵਿੱਚੋਂ ਚੌਥੀ ਪੁਸ਼ਤ ਤੱਕ ਸਾਰਿਆਂ ਨੂੰ ਗਿਣ ਲੈਣਾ, ਆਪਣੇ ਤੋਂ ਹਿਸਾਬ ਉੱਤੇ ਲਾ ਲੈਣਾ। ਅਗਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਾਦੂਗਰੀ ਹੋਈ, ਅਗਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੀਰੀ ਫਕੀਰੀ ਹੋਈ, ਤੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਤੇ ਅਸਰ ਕਰਨੀਆਂ ਜੇ। ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਤੀਜੀ ਤੇ ਚੌਥੀ ਪੁਸ਼ਤ ਦੀ ਜੇ ਗੱਲ ਕੀਤੀ ਜਾਏ, ਉਹ ਸਰ ਜੀ ਤੀਜੀ ਚੌਥੀ ਤੁਹਾਨੂੰ, ਮੈਨੂੰ ਲੱਗਦਾ ਆਪਾਂ ਦੂਜੀ ਤੇ ਗਏ ਤੇ ਅੱਗੇ ਜਾਦੂਗਰੀ ਸ਼ੁਰੂ ਹੋ ਜਾਣੀ ਹੈ। ਸਾਡੇ ਦਾਦਿਆਂ ਤੱਕ ਹੀ ਜਾਈਏ ਤੇ ਪਿੱਛੇ ਦੀਵੇ ਸਨ, ਆਪਾਂ ਪਿੱਛੇ ਜਾਈਏ ਤੇ ਦੀਵੇ ਨੇ। ਸਰ ਤੁਸੀਂ ਹਿਸਾਬ ਲਾਓ, ਉਹ ਦੀਵੇ ਸਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਤੇ ਉਹਨਾਂ ਦੇ ਉਤਲਿਆਂ ਦਾ ਕੀ ਹੋਏਗਾ? ਭਾਜੀ ਕੀ ਕੰਮ ਉਤਲਿਆਂ ਨੇ ਕੀਤੇ ਨੇ। ਹੁਣ ਮਾਮਲਾ ਇਹ ਹੋਇਆ ਕਿ ਜਿੱਥੇ, ਆਜੋ ਯਾਰ, ਬੜੀ ਮਿਹਰਬਾਨੀ, ਤੁਹਾਡੀ ਜ਼ੋਰਦਾਰ ਤਾੜੀਆਂ ਯਾਰ ਭਰਾਵਾਂ ਵਾਸਤੇ।
ਮਾਮਲਾ ਇਹ ਕਿ ਅਗਰ ਇਹਨਾਂ ਸਾਰਿਆਂ ਦੇ ਵਿੱਚੋਂ ਕਿਤੇ ਵੀ ਜਾਦੂਗਰੀ ਦਾ ਅਸਰ ਹੋਇਆ ਤੇ ਕਿਤੇ ਨਾ ਕਿਤੇ ਜਾ ਕੇ ਕਨੈਕਸ਼ਨ ਸਾਡੇ ਨਾਲ ਜੁੜਦਾ ਏ। ਹੁਣ ਮਾਮਲਾ ਇਹ ਬਣਿਆ ਕਿ ਜਨਾਬ ਸਾਡੇ ਪਿਓ ਤੱਕ ਜਾਈਏ ਜਾਂ ਦਾਦੇ ਤੱਕ ਜਾਈਏ, ਉਹਨਾਂ ਨੂੰ ਪਤਾ ਲੱਗਾ ਜਨਾਬ ਉਹ ਮਸੀਹ ਬਣ ਗਏ, ਉਹ ਮਸੀਹ ਬਣ ਗਏ। ਅੱਗੋਂ ਅਸੀਂ ਪੈਦਾ ਹੋਏ ਤੇ ਪਤਾ ਲੱਗਾ ਜੀ ਸਾਡੇ ਨਾਲ ਮਸੀਹ ਲੱਗ ਗਿਆ। ਸਾਨੂੰ ਪਤਾ ਕੋਈ ਨਹੀਂ ਮਸੀਹ ਦਾ, ਸਾਨੂੰ ਮਸੀਹ ਦਾ ਨਹੀਂ ਪਤਾ, ਸਾਨੂੰ ਸਾਡੇ ਦਾ ਸਿਰਫ ਨਾਂ ਲੱਗਾ ਹੈ ਕਿ ਮਸੀਹ, ਅਦਰਵਾਈਜ਼ ਸਾਨੂੰ ਕੱਖ ਨਹੀਂ ਪਤਾ। ਸਾਨੂੰ ਇਹ ਪਤਾ ਦੁਆ ਰਬਾਨੀ ਪੜ੍ਹਨੀ ਹੈ, ਸਾਨੂੰ ਇਹ ਪਤਾ ਹੈ ਹਮਾਰੇ ਬਾਪ ਪੜ੍ਹ ਲਈ ਆਪਾਂ ਜਨਾਬ ਬਾਪ ਬੇਟਾ, ਤੇ ਉਸ ਤੋਂ ਬਾਅਦ ਜਨਾਬ ਉਹ ਰਟੀਆਂ ਰਟਾਈਆਂ ਚੀਜ਼ਾਂ ਖੈਰ ਜੋ ਆ ਰਹੀਆਂ ਉਹੀ ਪੜ੍ਹ ਕੇ, ਪਰ ਉਹਦਾ ਅਸਲ ਦੇ ਵਿੱਚ ਅਸਰ ਸਾਡੀ ਜ਼ਿੰਦਗੀਆਂ ਦੇ ਵਿੱਚ ਕੋਈ ਨਹੀਂ। ਕਿਉਂ? ਕਿਉਂਕਿ ਆਪਾਂ ਬੜੇ ਸਾਦਾ ਜਿਹਾ ਚੱਲੇ ਆ। ਜਿੰਜ ਪਤਾ ਲੱਗਾ ਜਿੰਨਾ ਕੋ ਪਤਾ ਸੀ ਉਸ ਹਿਸਾਬ ਦੇ ਨਾਲ ਕਦੀ ਆਪਾਂ ਇਹਦੀ ਤਾਲੀਮ ਲਈ ਨਹੀਂ ਕਿ ਕਿਹੜੀ ਗੱਲ ਕਿਸ ਤਰੀਕੇ ਨਾਲ ਹੋ ਰਹੀ ਹੈ ਤੇ ਕਿਹੜੀ ਕਿਸ ਤਰੀਕੇ ਨਾਲ ਹੋ ਰਹੀ ਹੈ ਤੇ ਕਿਹਦਾ ਅਸਰ ਕਿਸ ਤਰੀਕੇ ਨਾਲ ਸਾਡੀ ਜ਼ਿੰਦਗੀਆਂ ਦੇ ਵਿੱਚ ਹੋਏਗਾ। ਤੇ ਅਗਰ ਜਾਦੂਗਰੀ ਸਾਡੀ ਜ਼ਿੰਦਗੀਆਂ ਦੇ ਵਿੱਚ ਹੈ ਸੀ, ਇਹਦਾ ਮਤਲਬ ਖੁਦਾ ਨਹੀਂ ਸੀ। ਅਗਰ ਅਸੀਂ ਸਾਡਾ ਯਕੀਨ ਕਿਸੇ ਬਾਬੇ ਤੇ ਸੀ, ਅਗਰ ਸਾਡਾ ਯਕੀਨ ਕਿਸੇ ਪੀਰ ਦੇ ਉੱਤੇ ਸੀ, ਇਹਦਾ ਮਤਲਬ ਸਾਡੇ ਵਾਸਤੇ ਤੇ ਉਹੀ ਸਾਰਾ ਕੁਝ ਹੈ ਜੋ ਉਹਨੇ ਕਿਹਾ, ਜੋ ਰੀਤੀ ਰਿਵਾਜ ਉਥੋਂ ਮੇਰੇ ਉਹ ਅਸੀਂ ਲੈ ਲਏ, ਅਸੀਂ ਚੱਲੇ ਉਹਦੇ ਹਿਸਾਬ ਦੇ ਨਾਲ। ਖੁਦਾ ਨੂੰ ਨਹੀਂ ਆਪਣੀ ਜ਼ਿੰਦਗੀ 'ਚ ਲਿਆਂਦਾ, ਤੇ ਜਿੱਥੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਆਈਆਂ ਉਹ ਸਾਡੇ ਤੱਕ ਪਹੁੰਚੀਆਂ, ਤੇ ਜਦੋਂ ਉਹ ਚੀਜ਼ਾਂ ਸਾਡੇ ਤੱਕ ਪਹੁੰਚੀਆਂ ਉਹਨਾਂ ਦਾ ਅਸਰ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦੇ ਵਿੱਚ ਵੇ। ਸਭ ਤੋਂ ਪਹਿਲੀ ਗੱਲ ਕਿ ਖੁਦਾ ਨੇ ਇਹ ਗੱਲ ਕਹੀ ਕਿ ਮੈਂ ਕੀ ਆ, ਮੈਂ ਗਯੂਰ ਖੁਦਾ ਵਾਂ। ਅਗਰ ਤੂੰ ਕਿਸੇ ਹੋਰ ਨੂੰ ਮੰਨੇਗਾ ਤੇ ਅਸਰ ਜਿਹੜਾ ਤੇਰੀ ਜ਼ਿੰਦਗੀ 'ਚ ਰਹੇਗਾ। ਇਹਦਾ ਮਤਲਬ ਸਭ ਤੋਂ ਪਹਿਲੀ ਗੱਲ ਤੇ ਇਹ ਕਲੀਅਰ ਹੋਈ ਕਿ ਚੂੰਕਿ ਪਿਓ ਦਾਦਿਆਂ ਦੇ ਮਾਮਲਾ ਸਨ ਉਹ ਸਾਡੇ ਨਾਲ ਨੇ, ਕਿਉਂਕਿ ਬਰਕਤਾਂ ਵਿੱਚ ਵੇਖੋ ਅੱਜ ਜੇ ਅਸੀਂ ਗਰੀਬ ਆ, ਇਹਦਾ ਮਤਲਬ ਹੈ ਸਾਡੇ ਵੱਡੇ ਗਰੀਬ ਸਨ, ਸਾਡੇ ਵੱਡੇ ਗਰੀਬ ਸੀ, ਉਹਨਾਂ ਦੇ ਕੋਲ ਜੋ ਨਹੀਂ ਸੀ, ਤੇ ਜੋ ਨਹੀਂ ਸੀ ਫਿਰ ਸਾਡੇ ਕੋਲ ਕਿੰਝ ਜਾਣਾ ਸੀ। ਅਗਰ ਉਹਨਾਂ ਕੋਲ ਪੈਸਾ ਹੁੰਦਾ, ਪੈਲੀ ਬੰਨਾ ਹੁੰਦਾ ਤੇ ਉਹ ਸਾਡੇ ਕੋਲ ਹੋਣਾ ਸੀ। ਕਿਉਂਕਿ ਉਹ ਸਾਡੇ ਕੋਲ ਨਹੀਂ ਹੈ, ਇਹਦਾ ਮਤਲਬ ਉਹਨਾਂ ਦੇ ਕੋਲ ਨਹੀਂ ਸੀ, ਤੇ ਜੋ ਉਹਨਾਂ ਦੇ ਕੋਲ ਹੈ ਸੀ ਉਹ ਸਾਡੇ ਕੋਲ ਹੈ। ਉਹਨਾਂ ਦੇ ਕੋਲ ਆਕੜ ਸੀ, ਸਾਡੇ ਕੋਲ ਵੇ ਉਹਨਾਂ ਦੇ ਕੋਲ ਨਾਫਰਮਾਨੀ ਸੀ, ਸਾਡੇ ਕੋਲ ਵੇ। ਅੱਛਾ, ਅਸੀਂ ਵੇਖਿਆ ਕਿ ਕਿਸੇ ਦਾ ਦਾਦਾ ਬੜਾ ਹੰਬਲ ਸੀ, ਬੜਾ ਖੁਸ਼ ਮਜ਼ਾਜ ਸੀ, ਬੜਾ ਅੱਛਾ ਸੀ, ਉਹਨਾਂ ਦੀਆਂ ਆਦਤਾਂ ਬੱਚਿਆਂ 'ਚ ਆਉਂਦੀਆਂ। ਅੱਛਾ, ਜਿਨ੍ਹਾਂ ਦੇ ਗਲਤ ਸਨ ਉਹ ਗਲਤ ਚੀਜ਼ਾਂ ਆਉਂਦੀਆਂ। ਮਤਲਬ ਕਿ ਜੋ ਚੀਜ਼ਾਂ ਆਬਾਓ ਅਜਦਾਦ ਦੀ ਜ਼ਿੰਦਗੀ ਦੇ ਵਿੱਚ ਹੋਣਗੀਆਂ ਉਹ ਸਾਡੇ 'ਚ ਟ੍ਰਾਂਸਫਰ ਹੋਈਆਂ ਏ। ਯਿਸੂ ਮਸੀਹ ਦਾ ਪਤਾ ਤੇ ਬਾਅਦ 'ਚ ਮੁਰਾਦੀ ਹੋਈ, ਯਿਸੂ ਮਸੀਹ ਦੇ ਨਾਂ ਦੇ ਕੇ ਜਾਓ ਤੇ ਪੂਰੀ ਖਲਕਤ ਨੂੰ ਜਾ ਕੇ ਮੁਰਾਦੀ ਕਰੋ ਤੇ ਦੱਸੋ। ਉਹਨਾਂ ਨੂੰ ਪਤਾ ਲੱਗਾ ਸਾਡੇ ਤੱਕ ਗੱਲ ਪਹੁੰਚੀ, ਅਸੀਂ ਮਸੀਹ ਬਣ ਗਏ। ਅੱਗੋਂ ਆ ਕੇ ਅਗਰ ਅਸੀਂ ਪੈਰਵੀ ਨਾ ਕਰੀਏ ਅਸੀਂ ਮਾਰੇ ਜਾਵਾਂਗੇ, ਅਸੀਂ ਹਲਾਕ ਹੋਵਾਂਗੇ। ਉਹਦੀ ਵਜ੍ਹਾ ਕੀ? ਕਿਉਂਕਿ ਅਸੀਂ ਕਾਨੂੰਨ ਨੂੰ ਮੰਨਿਆ ਨਹੀਂ। ਆਪਾਂ ਇੱਕ ਹੋਰ ਹਵਾਲਾ ਦੇਖਾਂਗੇ, हिजकिय्याल 18 बाबों की पहली आयत। और खुदावंद का कलाम मुझ पर नाज़िल हुआ कि तुम इस्राएल के मुल्क के हक में क्यों यह मिसाल कहते हो कि बाप दादा ने कच्चे अंगूर खाए और औलाद के दांत खट्टे हुए। खुदावंद खुदा फरमाता है कि मुझे अपनी हयात की कसम कि तुम फिर इस्राएल में ये मिसाल ना कहोगे। देख सब जाने मेरी है, जैसी बाप की जान वैसे ही बेटे की जान भी मेरी है। जो जान गुनाह करती है वही मरेगी। हुण चूंकि एक गल सी ते लोगों ने आके इस गल नूं नहीं जी बाइबल दे विच लिखिआ है कि जो जान गुनाह करेगी वही मरेगी। बाप दा बेटे ते नहीं, ते जिन्हां ने अंगूर खाते दंद उन्हां दे खट्टे। ये नहीं कि बाप ने खादे ते दंद इन्हां दे खट्टे होए, इंज नहीं होएगा। ये पहले सी बाप च आके बदलिया गया सी। ये बदलिया किंज गया सी आपां नूं समझना वी है। अगली गल कि बाप ने जो किया वो बाप पढ़ेगा, बेटे ने जो किया वो बेटा पढ़ेगा। पर किस सेंस दे विच किस तरह आपां नूं समझण मते डिटेल दे विच तुसीं पढ़ लेना। 18 बाब दी 19 आयत असीं पढ़ांगे। इधर है कि तो भी तुम कहते हो कि बेटा बाप के गुनाह का बोझ क्यों नहीं उठाता, जब बेटे ने वही जो जायज और रवा है किया और मेरे सब आइन को हिफज करके उन पर अमल किया, तो वो यकीनन जिंदा रहेगा। जो जान गुनाह करती है वही मरेगी। बेटा बाप के गुनाह का बोझ ना उठाएगा और ना बाप बेटे के गुनाह का बोझ। हालेलुया। किस सूरत दे विच बेटा बाप दे गुनाहां दा बोझ नहीं उठाएगा, ओदी कंडीशन है। इहनूं सारे नूं पढ़ोगे तानूं डिटेल च समझ आएगी कि अगर चाहता है कि बेटा बाप दे गुनाहां दा बोझ ना उठाए, जनरेशन दे मामलात ओदी जिंदगी च कर्सिस ने, ओ प्रॉब्लम ने जो भी ने ओदी जिंदगी च ना आण ते ओनू की करना पेगा? ओनू अपने तरीके कारां नूं बदलना पेगा।
ਉਹਨੂੰ ਜਾਇਜ਼ ਤਰੀਕਿਆਂ ਦੇ ਉੱਤੇ ਚੱਲਣਾ ਪਏਗਾ, ਉਹਨੂੰ ਬਾਪ ਨੂੰ ਮੰਨਣਾ ਪਏਗਾ। ਉਹਨੂੰ ਪਤਾ ਲੱਗਾ ਕਿ ਬਾਪ ਨੇ ਗਲਤ ਕੀਤਾ ਏ, ਬਾਪ ਨੇ ਪੀਰੀ ਫਕੀਰੀ ਕੀਤੀ ਏ, ਉਹ ਬੁਰੀਆਂ ਚੀਜ਼ਾਂ ਦੇ ਵਿੱਚ ਰਿਹਾ ਏ, ਉਹਨੇ ਮੰਨਤਾਂ ਬੁਰੀਆਂ ਮੰਗੀਆਂ, ਮੈਂ ਉਹਦੇ ਚ ਨਹੀਂ ਪੈਣਾ ਤੇ ਮੈਨੂੰ ਕੀ ਕਰਨਾ ਪਏਗਾ। ਸਿਰਫ ਇਹ ਕੰਮ ਨਹੀਂ ਹੈ ਕਿ ਮੈਂ ਜਨਾਬ ਦੀਵੇ ਚੁੱਕ ਕੇ ਬਾਹਰ ਸੁੱਟਦਾ ਤੇ ਕਹਾਂ ਜਨਾਬ ਮੇਰੀ ਆਜ਼ਾਦੀ ਹੋ ਗਈ, ਨਹੀਂ। ਆਪਣੇ ਤੌਰ ਤਰੀਕਿਆਂ ਨੂੰ ਬਦਲਾ, ਆਪਣੀ ਜ਼ਿੰਦਗੀ ਨੂੰ ਬਦਲਾ, ਮਸੀਹ ਨੂੰ ਜਾਣਾ, ਮਸੀਹ ਨੂੰ ਸਮਝਾਂ, ਕਲਾਮ ਦੀ ਪੈਰਵੀ ਕਰਾਂ। ਕਿਉਂ ਲਿਖਿਆ ਕੀ ਕਰੇ, ਉਹ ਮੇਰੇ ਕਲਾਮ ਨੂੰ ਹਿਫਜ਼ ਕਰੇ, ਉਹ ਕਲਾਮ ਤੇ ਚੱਲੇ, ਉਹਦੀ ਜ਼ਿੰਦਗੀ ਦੇ ਵਿੱਚ ਕਲਾਮ ਪੂਰਾ ਹੋਏ, ਉਹ ਹਮੇਸ਼ਾ ਚੱਲਦੇ ਫਿਰਦੇ ਉੱਠਦੇ ਬਹਿੰਦੇ ਹਰ ਇੱਕ ਕੰਮ ਕਰਦੇ। ਫਿਰ ਯਿਸੂਆ ਦੇ ਨਾਲ ਗੱਲ ਹੋਈ ਕਿ ਸ਼ਰੀਅਤ ਦੀ ਕਿਤਾਬ ਤੇਰੇ ਮੂੰਹ ਤੋਂ ਨਾ ਹਟੇ, ਉਹਨੂੰ ਉਹ ਕੰਮ ਕਰਨਾ ਪੈਣਾ ਹੈ। ਅਗਰ ਉਹ ਚਾਹੁੰਦਾ ਕਿ ਮੈਂ ਗੁਨਾਹਾਂ ਦੇ ਵਿੱਚ ਸ਼ਾਮਲ ਨਾ ਹੋਵਾਂ, ਮੈਂ ਉਸ ਬਦੀ 'ਚ ਨਾ ਜਾਵਾਂ ਜਿਹੜੀ ਬਦੀ ਦੇ ਸ਼ਿਕਾਰ ਮੇਰੇ ਵੱਡੇ ਰਹੇ ਨੇ, ਮੈਨੂੰ ਉਹਨਾਂ ਕੰਮਾਂ ਤੋਂ ਹਟਣਾ ਪੈਣਾ ਹੈ, ਮੈਨੂੰ ਉਹਨਾਂ ਕੰਮਾਂ ਨੂੰ ਛੱਡਣਾ ਪੈਣਾ, ਉਹਨਾਂ ਨੂੰ ਤਰਕ ਕਰਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਤੌਰ ਦੇ ਨਾਲ ਮਸੀਹ ਦੇ ਸਪੁਰਦ ਕਰਕੇ ਚੱਲਣਾ ਪਏਗਾ। ਫਿਰ ਉਹ ਚੀਜ਼ਾਂ ਜਾਣਗੀਆਂ, ਫਿਰ ਉਹ ਖਤਮ ਹੋਣਗੀਆਂ। ਤੇ ਅਗਰ ਮੈਂ ਉਹ ਨਹੀਂ ਕਰਾਂਗਾ, ਸਰ ਉਹ ਨਾਲ ਨੇ ਮੇਰੇ। ਕਿਉਂਕਿ ਸਾਡੇ ਵੱਡਿਆਂ ਨੇ ਅਦਾਵਤ ਰੱਖੀ ਖੁਦਾ ਦੇ ਨਾਲ, ਉਹਨਾਂ ਨੇ ਦੂਜੀਆਂ ਚੀਜ਼ਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਏ। ਅਸੀਂ ਅੱਜ ਵੀ ਛੋਟੇ ਛੋਟੇ ਰਿਵਾਜ ਤੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਆਪਣੇ ਘਰਾਣਿਆਂ ਦੇ ਵਿੱਚ ਵੀ ਨਹੀਂ ਜੀ ਇੰਜ ਕਰ ਲਓ, ਛੋਟੀਆਂ ਛੋਟੀਆਂ ਰਸਮਾਂ, ਬੱਚੇ ਦੀ ਪੈਦਾਇਸ਼ ਤੇ ਤਾਲਾ ਕੋਲ ਰੱਖਣਾ, ਮਾਚਿਸਾਂ ਕੋਲ ਰੱਖਣਾ, ਚਾਬੀਆਂ ਕੋਲ ਰੱਖਣਾ, ਮਤਲਬ ਪਤਾ ਨਹੀਂ ਕੀ ਅਜੀਬ ਜਿਹੇ ਮਾਮਲਾਤ ਹੈਗੇ ਨੇ। ਉਹ ਸਾਰੀਆਂ ਚੀਜ਼ਾਂ ਕਿੱਥੋਂ ਲਈਆਂ? ਉਹਨਾਂ ਕੋਲ ਲਈਆਂ, ਬਾਈਬਲ ਦੇ ਵਿੱਚ ਸਾਨੂੰ ਕਿਤੇ ਨਹੀਂ ਮਿਲਦੀਆਂ ਤੇ ਲੋਕਾਂ ਨੇ ਕੀਤੀਆਂ। ਅਸੀਂ ਮਸੀਹ ਨੂੰ ਨਹੀਂ ਜਾਣਿਆ, ਅਸੀਂ ਉਹਦੀ ਕੁਦਰਤ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਲਿਆ, ਅਸੀਂ ਯਿਸੂ ਮਸੀਹ ਦੇ ਲਹੂ ਨੂੰ ਆਪਣੀ ਜ਼ਿੰਦਗੀ ਤੇ ਆਪਣੇ ਘਰਾਣੇ ਤੇ ਨਹੀਂ ਮੰਗਿਆ, ਅਸੀਂ ਰੂਹ ਅਲ ਕੁਦਸ ਦੀ ਅੱਗ ਦੇ ਵਿੱਚ ਜਿਹਦੇ ਬਾਰੇ ਬਾਈਬਲ ਦੱਸ ਦੇਗੇ, ਅਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਨਹੀਂ ਚੱਲੇ। ਤੇ ਜਦੋਂ ਅਸੀਂ ਨਹੀਂ ਚੱਲੇ, ਉਹ ਨਹੀਂ ਹੋਣੀ ਸਾਡੀ ਜ਼ਿੰਦਗੀ 'ਚ, ਤੇ ਜਦੋਂ ਨਾ ਹੋਈ ਫਿਰ ਪ੍ਰੋਬਲਮ ਹੋਏਗੀ। ਜੇ ਬਰਕਤਾਂ ਚੱਲਦੀਆਂ ਨੇ ਤੇ ਫਿਰ ਲਾਂਤਾਂ ਵੀ ਨਾਲ ਰਹਿੰਦੀਆਂ ਨੇ, ਲਾਂਤਾਂ ਪਿੱਛਾ ਕਰਨਗੀਆਂ, ਲਾਂਤਾਂ ਆ ਦਬਾਣਗੀਆਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੋਣਗੀਆਂ। ਕਿਉਂ? ਕਿਉਂਕਿ ਬਾਈਬਲ ਗਵਾਹ ਹੈ ਕਿ ਅਗਰ ਬੇਟਾ ਚਾਹੁੰਦਾ ਹੈ ਕਿ ਉਹ ਬਾਪ ਦੇ ਗੁਨਾਹਾਂ ਦੇ ਵਿੱਚ ਨਾ ਪਵੇ, ਉਹਦਾ ਹਿੱਸੇਦਾਰ ਨਾ ਬਣੇ, ਉਹਨਾਂ ਕਰਸਾਂ ਦੀਆਂ ਲਾਂਤਾਂ 'ਚ ਨਾ ਪਏ। ਹੁਣ ਸਰ ਦੀਵੇ ਬਾਲ ਦਿੱਤੇ, ਪ੍ਰੋਬਲਮ ਦੇ ਵਿੱਚ ਪੈ ਗਏ, ਬੁਰੀਆਂ ਚੀਜ਼ਾਂ ਕੀਤੀਆਂ, ਉਹ ਜਿਨ੍ਹਾਂ ਤੋਂ ਦਾ ਕਰਨ ਤੋਂ ਖੁਦਾ ਨੇ ਮਨਾ ਕੀਤਾ ਸੀ, ਜੇ ਉਹ ਚੀਜ਼ਾਂ ਕੀਤੀਆਂ, ਉਹਨਾਂ ਦਾ ਅਸਰ ਸਾਡੀ ਜ਼ਿੰਦਗੀ 'ਚ ਰਹਿਣਾ। ਕਿਉਂ? ਕਿਉਂਕਿ ਅਸੀਂ ਆਪਣੀ ਜ਼ੁਬਾਨ ਤੋਂ ਕਿਹਾ ਨਾ, ਅਸੀਂ ਕਿਹਾ ਕਿ ਜਨਾਬ ਅਸੀਂ ਇਹਨਾਂ ਨੂੰ ਛੱਡਨੇ, ਅਸੀਂ ਛੱਡਨੇ ਇਹਨਾਂ ਨੂੰ। ਸਰ ਤੁਸੀਂ ਕਿਹਾ ਹੈ, ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਤੁਹਾਨੂੰ ਛੱਡਣਾ ਹੈ। ਹੁਣ ਉਦੋਂ ਹੀ ਜਦੋਂ ਉਹ ਕਹਿਣ ਸਾਡੀ ਜਾਨ ਛੱਡੋ, ਆਪਾਂ ਇਹੋ ਜਿਹੀ ਸੂਰਤ ਹਾਲ ਬਣਾਈ ਨਹੀਂ। ਸਾਡੇ ਘਰਾਂ ਦੇ ਵਿੱਚ ਅਕਸਰ ਐਸੇ ਜਾਨਵਰ ਆ ਜਾਂਦੇ ਨੇ, ਉਹਨਾਂ ਤੋਂ ਜਾਨ ਛਡਵਾਣਾ ਮੁਸ਼ਕਲ। ਬਿੱਲੀਆਂ ਆ ਜਾਂਦੀਆਂ, ਤੁਸੀਂ ਬੜਾ ਤਰਾਂਦੇ ਹੋ, ਮਾਰਦੇ ਹੋ, ਉਹ ਨਹੀਂ ਜਾਂਦੀਆਂ। ਆਪਾਂ ਕਿਸ ਤਰ੍ਹਾਂ ਸੋਚ ਸਕਣੇ ਆ ਕਿ ਸਾਡੇ ਦੀਵੇ ਸੁੱਟਣ ਦੇ ਨਾਲ ਬਦਰੂਮਾਂ ਨਹੀਂ ਆਣਗੀਆਂ? ਜਿਹੜੀਆਂ ਚੀਜ਼ਾਂ ਦੇ ਨਾਲ ਸਾਡੇ ਆਬਾਓ ਅਜਦਾਦ ਜੁੜੇ ਸੀ, ਉਹ ਨਹੀਂ ਆਣਗੇ। ਅੱਛਾ ਚਲੋ ਇਹਨੂੰ ਸਾਦਾ ਸਮਝਾਣਾ ਵਾ। ਤੁਹਾਡੇ ਬੱਚੇ ਨਾ ਫਰਮਾਨ ਹੋ ਜਾਣੇ, ਕਿ ਗੱਲ ਕਰ ਰਹੇ ਹਾਂ, ਨਾ ਫਰਮਾਨ ਹੋ ਜਾਣ, ਉਹ ਕਹਿਣ ਕਿ ਭਾਈ ਮੈਂ ਰਹਿਣਾ ਹੀ ਨਹੀਂ ਤੁਹਾਡੇ ਕੋਲ, ਮੈਂ ਚੱਲਾਂ ਵਾਂ, ਉਹ ਛੱਡ ਕੇ ਚਲੇ ਜਾਣ, ਤੁਸੀਂ ਛੱਡ ਦੋਗੇ? ਤੁਹਾਨੂੰ ਮਰਨ ਤੱਕ ਪਤਾ ਹੈ ਮੇਰੀ ਗੰਦੀ ਲਾ ਦੇ। ਤੁਸੀਂ ਮੈਨੂੰ ਦੱਸੋ, ਆਪਾਂ ਅਕਸਰ ਸੁਣਿਆ ਏ ਕਿ ਅਸੀਂ ਫਲਾਣੇ ਬਾਬਿਆਂ ਦੀ ਝੋਲੀ 'ਚ ਪਈ ਸਾਂ, ਫਲਾਣਾ ਜੀ ਨਹੀਂ ਸੀ ਹੁੰਦਾ, ਉਹਦੇ ਕੋਲ ਜਾ ਕੇ ਲਿਆ ਤੇ ਜਨਾਬ ਫਿਰ ਅਸੀਂ ਮੰਨਤ ਲੈ ਗਏ, ਅਸੀਂ ਦੇਗਾਂ ਲੈ ਗਏ, ਅਸੀਂ ਇੰਜ ਕੀਤਾ। ਕਿਉਂ ਹੈ ਨਹੀਂ ਵੱਡਿਆਂ ਦੇ ਕਨੈਕਸ਼ਨ ਇਹੋ ਜਿਹੇ? ਤੇ ਜਨਾਬ ਜੇ ਆਪਾਂ ਉਹਨਾਂ ਦੇ ਆ, ਉਹਨਾਂ ਨਹੀਂ ਦਿੱਤਾ ਏ, ਜੇ ਉਹਨਾਂ ਨੇ ਦਿੱਤਾ ਏ, ਅਸੀਂ ਕਹੀਏ ਅਸੀਂ ਉਹਨਾਂ ਦੇ ਨਹੀਂ ਆ, ਉਹਨਾਂ ਨੂੰ ਪਤਾ ਹੈ ਤੁਸੀਂ ਕਿੰਨਾ ਦੇ ਹੋ, ਉਹਨਾਂ ਨੂੰ ਪਤਾ ਹੈ ਕਿੰਨਾ ਦੇ ਹੋ, ਉਹ ਨਹੀਂ ਪਿੱਛਾ ਛੱਡਣਗੇ ਸਰ ਤੁਸੀਂ ਉਹਨਾਂ ਦੇ ਹੋ। ਤਰੀਕਾ ਕੀ ਹੈ? ਤੁਹਾਨੂੰ ਝਿੜਕਣਾ ਪੈਣਾ, ਤੁਹਾਨੂੰ ਆਪਣੇ ਆਪ ਨੂੰ ਠੀਕ ਕਰਨਾ ਪੈਣਾ, ਤੁਹਾਨੂੰ ਬੋਲਣਾ ਪੈਣਾ ਹੈ, ਤੁਹਾਨੂੰ ਫਾਸਟਿੰਗ ਕਰਨੀ ਪੈਣੀ ਹੈ, ਤੁਹਾਨੂੰ ਰੋਜ਼ੇ ਰੱਖਣੇ ਪੈਣੇ ਆ, ਤੁਹਾਨੂੰ ਠੀਕ ਹੋ ਕੇ ਖੁਦਾ ਦੀ ਹਜ਼ੂਰੀ 'ਚ ਆ ਕੇ ਉਹਨਾਂ ਤੋਂ ਜਾਨ ਛਡਾਉਣ ਵਾਸਤੇ ਉਹਨਾਂ ਦੇ ਖਿਲਾਫ ਬੋਲਣਾ ਪਏਗਾ। ਜਦੋਂ ਬੋਲੋਗੇ, ਸਾਰਾ ਕੁਝ ਕਰੋਗੇ, ਫਿਰ ਉਹ ਚੀਜ਼ਾਂ ਜਾਣੀਆਂ। ਤੇ ਜੇ ਆਪਾਂ ਕਹੀਏ ਕਿ ਨਹੀਂ ਜੀ ਚੁੱਪ ਕਰਕੇ ਸਾਰਾ ਕੁਝ ਹੋ ਜਾਏਗਾ, ਨਹੀਂ ਜੀ ਕੁਝ ਕਰਨਾ ਵੀ ਨਹੀਂ ਪਏਗਾ, ਤੇ ਬਸ ਇਹਨਾਂ ਕੁ ਕਰਾਂਗੇ ਤੇ ਹੋ ਜਾਏਗਾ, ਕੁਝ ਵੀ ਨਹੀਂ ਹੋਣਾ। ਉਹਨਾਂ ਦਾ ਸਾਈਨ ਜਿਹੜਾ, ਮਤਲਬ ਉਹ ਕਿਤੇ ਨਾ ਕਿਤੇ ਝਲਕੀਆਂ ਆਪਣੀਆਂ ਵਹਾਂਦੇ ਰਹਿਣਗੇ। ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਨਿਕਲਿਆ ਹੋਏ।
ਤੇ ਉਹਨਾਂ ਦੀਆਂ ਜ਼ਿੰਦਗੀਆਂ 'ਚ ਪ੍ਰੋਬਲਮ ਖੜੀਆਂ ਕਰਦਾ ਇਬਲੀਸ। ਉਹ ਕਹਿੰਦਾ ਕਿ ਭਾਈ ਤੁਸੀਂ ਮੇਰੇ ਹੋ। ਸਾਡੇ ਵੱਡੇ ਗੱਲ ਕਰਦੇ ਨੇ, ਅਸੀਂ ਉਹਦੇ ਕੋਲੋਂ ਲਿਆ ਸੀ ਜਾ ਕੇ, ਉੱਥੇ ਮੰਨਤ ਮੰਗੀ ਸੀ, ਉਹਨਾਂ ਨੇ ਦਿੱਤਾ ਸੀ ਸਾਨੂੰ। ਕਿਉਂ ਲੋਕ ਜਾਂਦੇ ਨੇ ਉੱਥੇ? ਉਹ ਇਸ ਤੋਂ ਜਾਂਦੇ ਨੇ ਕਿਉਂਕਿ ਉਹਨਾਂ ਨੇ ਦਿੱਤਾ ਹੁੰਦਾ। ਹੁਣ ਮਕਸਦ ਹੈ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਗੁਜ਼ਰ ਕੇ ਆਏ ਆ। ਅਸੀਂ ਇਹੋ ਜਿਹੀ ਜਨਰੇਸ਼ਨ, ਅਸੀਂ ਇਹੋ ਜਿਹੀ ਨਸਲ ਹਾਂ ਅਸੀਂ, ਜਿਹੜੀ ਇਸ ਤਰੀਕੇ ਨਾਲ। ਕਿਉਂ? ਕਿਉਂਕਿ ਪਤਾ ਨਹੀਂ ਸੀ। ਅਗਰ ਖੁਦਾ ਦਾ ਪਤਾ ਹੁੰਦਾ ਤੇ ਖੁਦਾ ਨੇ, ਅੱਛਾ ਬਾਈਬਲ ਤੇ ਖੁਦਾ ਦੀ ਗੱਲ ਕਰੀਏ, ਉਹ ਕਹਿੰਦਾ ਨਹੀਂ ਜਾਣਾ, ਗੈਰ ਮਬੂਦਾ ਕੋਲ ਨਾ ਜਾ, ਕਿਸੇ ਦੇ ਕੋਲ ਨਹੀਂ ਜਾਣਾ। ਜਦੋਂ ਉਹ ਕਹਿੰਦਾ ਨਹੀਂ ਜਾਣਾ ਤੇ ਤੁਸੀਂ ਕਹੋ ਕਿ ਸਾਰਾ ਖੁਦਾ ਨੇ ਦਿੱਤਾ ਹੈ। ਪਰ ਇੱਕ ਗੱਲ ਜਿਹੜੀ ਸਾਨੂੰ ਮਸੀਹ ਦੇ ਨਾਲ ਜੋੜਦੀ ਏ, ਉਹ ਗੱਲ ਕੀ ਏ? ਉਹ ਗੱਲ ਸਿਰਫ ਹੈ ਕਿ ਉਹਨੇ ਸਾਰੀ ਦੁਨੀਆ ਵਾਸਤੇ ਲਹੂ ਬਹਾਇਆ। ਉਹਨੇ ਕਿਹਾ ਕਿ ਪੂਰੀ ਦੁਨੀਆ ਦੇ ਲੋਕਾਂ ਵਾਸਤੇ ਲਹੂ ਬਹਾ ਦਿੱਤਾ ਏ, ਸਾਰੀ ਦੁਨੀਆ ਨੂੰ ਖਰੀਦ ਲਿਆ। ਹੁਣ ਜਿਹੜਾ ਕੋਈ ਬਪਤਿਸਮਾ ਲਏਗਾ, ਈਮਾਨ ਲਿਆਏਗਾ, ਮੇਰੇ ਪਿੱਛੇ ਆਏਗਾ, ਉਹ ਮੇਰਾ ਏ। ਉਹ ਕੀਮਤ ਦੇ ਨਾਲ ਖਰੀਦਿਆ ਗਿਆ। ਅਸੀਂ ਇਸ ਤੋਂ ਬਚੇ ਆ। ਹੁਣ ਬਚਣ ਵਾਸਤੇ ਚੂੰਕਿ ਉਹਨੇ ਸਾਨੂੰ ਕੱਢ ਲਿਆ, ਅਲੱਗ ਕਰ ਲਿਆ, ਤੇ ਹੁਣ ਉਸ ਚੀਜ਼ ਨੂੰ ਜਿਹੜੀ ਸਾਨੂੰ ਦਿੱਤੀ ਗਈ ਉਹਨੂੰ ਜਾ ਕੇ ਫੜਨਾ ਸਾਨੂੰ ਪੈਣਾ ਏ। ਮੈਂ ਤੁਹਾਨੂੰ ਕਹਿਤਾ ਕਿ ਜਨਾਬ ਉਹ ਚੀਜ਼ ਤੁਹਾਡੇ ਵਾਸਤੇ, ਜੇ ਮੈਂ ਉੱਥੇ ਰੱਖੀਏ ਜਾ ਕੇ ਉੱਥੇ ਲੈ ਲਓ। ਉਹ ਜਦੋਂ ਤੱਕ ਤੁਸੀਂ ਜਾ ਕੇ ਲਵੋਗੇ ਨਹੀਂ, ਉਹ ਤੁਹਾਡੀ ਨਹੀਂ ਹੋਣੀ, ਭਾਵੇਂ ਉਹ ਤੁਹਾਡੀ ਮੈਂ ਕਹਿ ਦਿੱਤੀ ਏ। ਇਸੇ ਤਰ੍ਹਾਂ ਜ਼ਿੰਦਗੀ ਏ, ਯਿਸੂ ਮਸੀਹ ਨੇ ਕਿਹਾ ਕਿ ਮੈਂ ਦਿਆਂਗਾ, ਪਰ ਉਹਨੇ ਕਿਹਾ ਕਿ ਲੜ, ਪਰ ਉਹਨੇ ਕਿਹਾ ਕਿ ਮੁਕਾਬਲਾ ਕਰ, ਇਬਲੀਸ ਨੂੰ ਆਪਣੀ ਜ਼ਿੰਦਗੀ ਚੋਂ ਕੱਢ, ਬੁਰੀਆਂ ਚੀਜ਼ਾਂ ਤੇ ਗਾਲਿਬ ਆ, ਆਪਣੇ ਕਿਰਦਾਰ ਨੂੰ ਠੀਕ ਕਰ, ਆਪਣੇ ਆਪ ਨੂੰ ਠੀਕ ਕਰ, ਇਬਲੀਸ ਦਾ ਮੁਕਾਬਲਾ ਕਰ। ਤੂੰ ਮੁਕਾਬਲਾ ਕਰੇਗਾ, ਉਹ ਤੇਰੀ ਜ਼ਿੰਦਗੀ ਚੋਂ ਜਾਏਗਾ। ਬਗੈਰ ਮੁਕਾਬਲੇ ਕੁਝ ਵੀ ਨਹੀਂ ਹੈ। ਕਿਉਂ? ਉਹਦੀ ਵਜ੍ਹਾ ਇੱਕ, ਤੁਹਾਡਾ ਦੁਸ਼ਮਣ ਇੱਕ। ਯਿਸੂ ਮਸੀਹ ਦੁਨੀਆ ਦੇ ਵਿੱਚ ਆਇਆ, ਇਬਲੀਸ ਨੂੰ ਕੁਚਲ ਕੇ ਗਿਆ। ਉਹ ਕੁਚਲ ਕੇ ਗਿਆ। ਕਿਉਂ ਕੁਚਲ ਕੇ ਗਿਆ? ਤਾਂ ਕਿ ਤੁਹਾਨੂੰ ਪਤਾ ਚੱਲੇ ਤੁਸੀਂ ਕੀ ਕਰਨਾ ਹੈ। ਉਹ ਐਵੇਂ ਆ ਕੇ ਕੰਮ ਨਹੀਂ ਸੀ ਕਰਕੇ ਗਿਆ, ਉਹ ਇਸੇ ਤੋਂ ਕਰਕੇ ਗਿਆ ਸੀ, ਤੁਹਾਨੂੰ ਪਤਾ ਹੋਏ। ਪਰ ਮਾਮਲਾ ਇਹ ਹੈ ਕਿ ਲੋਕ ਸਮਝਦੇ ਨਹੀਂ ਇਸ ਗੱਲ ਨੂੰ ਕਿ ਯਿਸੂ ਮਸੀਹ ਇੰਜ ਕਿਉਂ ਕੀਤਾ ਸੀ। ਉਹਨੇ ਆ ਕੇ ਇਬਲੀਸ ਨੂੰ ਕਿਉਂ ਕੁਚਲਿਆ, ਕਿਉਂ ਕੱਢਿਆ, ਕਿਉਂ ਇਹ ਸਾਰਾ ਕੁਝ ਕੀਤਾ? ਉਹਨੇ ਇਸ ਤੋਂ ਕੀਤਾ ਸੀ ਤਾਂ ਕਿ ਤੁਸੀਂ ਕਰੋ। ਪਰ ਇੱਥੇ ਪੁੱਠੇ ਪੈ ਗਏ ਨੇ, ਕਹਿੰਦੇ ਨਹੀਂ ਉਹ ਕਰਦੇ ਗਿਆ ਸੀ, ਅਸੀਂ ਕਿਉਂ ਕਰੀਏ? ਸਾਨੂੰ ਕਰਨਾ ਪੈਣਾ ਹੈ। ਸਾਨੂੰ ਇਬਲੀਸ ਨੂੰ ਆਪਣੀ ਜ਼ਿੰਦਗੀਆਂ ਚੋਂ ਕੱਢਣਾ ਪੈਣਾ ਹੈ। ਸਾਨੂੰ ਆਪਣੀ ਫੈਮਲੀਆਂ ਨੂੰ ਪ੍ਰੋਟੈਕਟ ਕਰਨਾ ਪੈਣਾ ਹੈ। ਰੂਲ ਕੁਦਸ ਦੀ ਅੱਗ ਨੂੰ ਉਹਨਾਂ ਦੀ ਜ਼ਿੰਦਗੀਆਂ ਤੇ ਘਰਾਨਿਆਂ ਤੇ ਮੰਗਣਾ ਪੈਣਾ ਹੈ। ਆਪਣੇ ਘਰਾਨਿਆਂ ਨੂੰ ਯਿਸੂ ਮਸੀਹ ਦੇ ਲਹੂ ਦੇ ਵਿੱਚ ਛੁਪਾਉਣਾ ਪੈਣਾ ਹੈ। ਅਗਰ ਅਸੀਂ ਨਹੀਂ ਛੁਪਾਵਾਂਗੇ, ਅਸੀਂ ਇਬਲੀਸ ਦੇ ਅਟੈਕ ਦੇ ਥੱਲੇ ਰਵਾਂਗੇ, ਉਹਦਾ ਗਲਬਾ ਸਾਡੀ ਜ਼ਿੰਦਗੀਆਂ ਤੇ ਰਹੇਗਾ, ਅਸੀਂ ਜਿੱਤ ਨਹੀਂ ਸਕਾਂਗੇ। ਜਨਰੇਸ਼ਨ ਕਰਸਾਂ ਦੇ ਵਿੱਚੋਂ ਨਿਕਲਣ ਵਾਸਤੇ, ਖਾਨਦਾਨੀ ਲਾਂਤਾਂ ਦੇ ਵਿੱਚੋਂ ਨਿਕਲਣ ਵਾਸਤੇ ਆਪਣੀਆਂ ਡਿਊਟੀਆਂ ਨੂੰ ਸਮਝਣਾ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਮਝੀਏ ਕਿ ਯਿਸੂ ਮਸੀਹ ਨੇ ਮੈਨੂੰ ਬੁਲਾਇਆ ਕਾਹਦੇ ਵਾਸਤੇ? ਇਸ ਵਾਸਤੇ ਬੁਲਾਇਆ ਕਿ ਮੈਂ ਗਾਲਿਬ ਆਵਾਂ, ਇਸ ਵਾਸਤੇ ਬੁਲਾਇਆ ਕਿ ਮੈਂ ਇਬਲੀਸ ਦੇ ਮਨਸੂਬਿਆਂ ਨੂੰ ਇਸ ਤੋਂ ਨਬੂਦ ਕਰਾਂ, ਇਸ ਵਾਸਤੇ ਬੁਲਾਇਆ ਕਿ ਮੈਂ ਉਹਦੇ ਨਾਂ ਨੂੰ ਉੱਚਾ ਕਰਾਂ। ਤੇ ਜੇ ਉਹਨੇ ਮੈਨੂੰ ਬੁਲਾਇਆ ਏ, ਉਹਨੇ ਮੈਨੂੰ ਜਿੱਤਣ ਵਾਸਤੇ ਬੁਲਾਇਆ, ਉਹਨੇ ਮੈਨੂੰ ਅੱਗੇ ਵਧਣ ਵਾਸਤੇ ਬੁਲਾਇਆ, ਤੇ ਜੇ ਉਹਨੇ ਮੈਨੂੰ ਬੁਲਾਇਆ ਏ ਤੇ ਫਿਰ ਉਹ ਮੈਨੂੰ ਹਥਿਆਰਾਂ ਦੇ ਨਾਲ ਬੁਲਾਏਗਾ। ਉਹ ਮੈਨੂੰ ਬੁਲਾਏ ਤੇ ਦੁਨੀਆ ਦੇ ਵਿੱਚ ਭੇਜੇ ਤੇ ਕਹੇ ਕਿ ਜਾ ਦੁਨੀਆ ਦੇ ਵਿੱਚ ਭੇਜੇ। ਪਰ ਦੁਨੀਆ ਦੇ ਵਿੱਚ ਭੇਜ ਕਿਉਂ ਕਰੇਗਾ? ਕਿ ਉਹਨੂੰ ਪਤਾ ਹੈ ਕਿ ਤੁਹਾਡਾ ਮੁਕਾਬਲਾ ਹੈ ਜਿਹੜਾ ਉਹ ਇਬਲੀਸ ਦੇ ਨਾਲ ਹੈ, ਉਹ ਸ਼ੈਤਾਨ ਦੇ ਨਾਲ ਹੈ। ਸ਼ੈਤਾਨ ਕੌਣ ਹੈ? ਸ਼ੈਤਾਨ ਇਸ ਜਹਾਨ ਦਾ ਖੁਦਾ ਹੈ। ਸ਼ੈਤਾਨ ਇਸ ਜਹਾਨ ਦਾ ਖੁਦਾ ਹੈ। ਇਹਦਾ ਮਤਲਬ ਹੈ ਕਿ ਖੁਦਾ ਨੇ ਕੀ ਕੀਤਾ? ਖੁਦਾ ਨੇ ਸਾਨੂੰ ਭੇਜਿਆ ਕਾਦੇ ਵਾਸਤੇ? ਇਸ ਵਾਸਤੇ ਭੇਜਿਆ ਕਿ ਅਸੀਂ ਇਸ ਜਹਾਨ ਦਾ ਜਿਹੜਾ ਖੁਦਾ ਹੈ ਉਹਦੇ ਖਿਲਾਫ ਖੜੇ ਹੋਈਏ। ਹਾਲੇਲੂਇਆ, ਹਾਲੇਲੂਇਆ। ਚਾਹੁੰਦੇ ਆ ਇਬਲੀਸ ਦੀ ਕੈਦ ਚੋਂ ਬਾਹਰ ਨਿਕਲੀਏ, ਸਾਨੂੰ ਜ਼ੋਰ ਲਾਣਾ ਪੈਣਾ ਹੈ, ਸਾਨੂੰ ਇਬਲੀਸ ਦੇ ਖਿਲਾਫ ਖੜੇ ਹੋਣਾ ਪੈਣਾ ਹੈ, ਸਾਨੂੰ ਉਹਦੇ ਖਿਲਾਫ ਬੋਲਣਾ ਪੈਣਾ ਹੈ। ਅਗਰ ਅਸੀਂ ਨਹੀਂ ਬੋਲਾਂਗੇ ਅਸੀਂ ਉਹਨਾਂ ਪ੍ਰੋਬਲਮ 'ਚ ਰਵਾਂਗੇ। ਅੱਜ ਪ੍ਰੋਬਲਮ ਕੀ ਹੈ ਕਿ ਲੋਕ ਇਸ ਗੱਲ ਨੂੰ ਸਮਝੇ ਨਹੀਂ ਕਿ ਮੈਨੂੰ ਕਾਹਦੇ ਵਾਸਤੇ ਭੇਜਿਆ ਗਿਆ। ਮੈਨੂੰ ਇਸ ਵਾਸਤੇ ਭੇਜਿਆ ਕਿ ਮੈਂ ਲਾਂਤਾਂ ਦੇ ਖਿਲਾਫ ਖੜਾ ਹੋਵਾਂ। ਉਹ ਚੀਜ਼ਾਂ ਜਿਹੜੀਆਂ ਜਨਰੇਸ਼ਨ ਦੇ ਵਿੱਚ ਮੇਰੇ ਨਾਲ ਜੁੜੀਆਂ ਏ, ਜਿਹੜੀਆਂ ਲਾਂਤਾਂ ਮੇਰੇ ਨਾਲ ਜੁੜੀਆਂ, ਮੈਂ ਉਹਨਾਂ ਲਾਂਤਾਂ ਨੂੰ ਖਤਮ ਕਰਾਂ ਆਪਣੀ ਜ਼ਿੰਦਗੀ ਚੋਂ। ਉਹ ਲਾਂਤਾਂ ਕੀ ਨੇ? ਉਹ ਬਿਮਾਰੀਆਂ ਨੇ। ਉਹ ਬਿਮਾਰੀਆਂ ਨੇ ਜਿਹੜੀਆਂ ਬਲੱਡ ਦੇ ਵਿੱਚ ਮੇਰੇ ਨਾਲ ਜੁੜੀਆਂ ਨੇ, ਜਿਹੜੀਆਂ ਖੂਨ ਦੇ ਵਿੱਚ ਆਈਆਂ। ਤੇ ਮੈਨੂੰ ਪੁੱਛਿਆ ਜਾਂਦਾ ਹੈ, ਡਾਕਟਰ ਪੁੱਛਦਾ ਹੈ ਕਿ ਬਿਮਾਰੀਆਂ ਕਿਹੜੀਆਂ ਸਨ ਉਹਨਾਂ ਨੂੰ ਤੇ ਜਿਹੜੀਆਂ ਉਹਨਾਂ ਨੂੰ ਸਾਨੂੰ ਲੱਗਣਗੀਆਂ। ਹਾਲੇਲੂਇਆ। ਇਸ ਤੋਂ ਸਾਨੂੰ ਬੋਲਣਾ ਪੈਣਾ ਏ, ਸਾਨੂੰ ਇਬਲੀਸ ਦੇ ਖਿਲਾਫ ਬੋਲਣਾ ਪੈਣਾ ਏ, ਉਹਨੂੰ ਆਪਣੀ ਜ਼ਿੰਦਗੀ ਚੋਂ ਕੱਢਣਾ ਪੈਣਾ ਏ। ਜਦੋਂ ਅਸੀਂ ਬੋਲਾਂਗੇ ਉਹ ਸਾਡੀ ਜ਼ਿੰਦਗੀਆਂ ਚੋਂ ਜਾਏਗਾ। ਅਗਰ ਅਸੀਂ ਨਹੀਂ ਬੋਲਾਂਗੇ ਉਹ ਨਹੀਂ ਜਾਣਾ। ਕਿਉਂ? ਕਿਉਂਕਿ ਅਸੀਂ ਮੁਕਾਬਲਾ ਨਹੀਂ ਕੀਤਾ। ਇਹ ਟਾਈਮ ਹੈ ਮੁਕਾਬਲਾ ਕਰਨ ਦਾ। ਅਗਰ ਅਸੀਂ ਤੁਸੀਂ ਸ਼ਰੀਅਤ ਦਾ ਟਾਈਮ ਕਿਉਂ ਨਹੀਂ ਚਾਹਿਆ ਖੁਦਾ ਸਾਹਿਬ ਜਾਂਗੇ ਮੁਹੱਬਤ ਵਾਲਾ। ਅਸੀਂ ਇਹ ਨਹੀਂ ਕਹਿੰਦੇ ਕਿ ਮੁਹੱਬਤ ਨਾ ਕਰੋ, ਮੁਹੱਬਤ ਕਰੋ ਜਿੱਥੇ ਜਾਇਜ਼ ਹੈ, ਜਿੱਥੇ ਰਵਾ ਹੈ, ਆਪਣੀ ਫੈਮਿਲੀ ਦੀ ਕੇਅਰ ਕਰੋ।
ਆਪਣੇ ਰਿਸ਼ਤਿਆਂ ਨੂੰ ਨਿਭਾਓ ਅੱਛੇ ਤਰੀਕੇ ਨਾਲ। ਪਰ ਜਿੱਥੇ ਮਸੀਹ ਦੀ ਮੁਹੱਬਤ ਆਏ ਸਾਹਮਣੇ, ਤੇ ਮਸੀਹ ਦੀ ਮੁਹੱਬਤ ਦੇ ਵਿੱਚ ਆ ਕੇ ਕੋਈ ਬੰਦਾ ਖੜਾ ਹੋਏ, ਆ ਕੇ ਉਹ ਮੁਹੱਬਤ ਨੂੰ ਲੈਣਾ ਚਾਹੇ, ਤੁਹਾਡਾ ਧਿਆਨ ਹਟਾਏ, ਉੱਥੇ ਰਹਿਤ ਨਹੀਂ ਕਰਨੀ, ਉੱਥੇ ਮਾਫੀ ਨਹੀਂ। ਕਿਉਂ? ਕਿਉਂਕਿ ਤੁਹਾਡੇ ਤੇ ਮਸੀਹ ਦੇ ਦਰਮਿਆਨ ਆਇਆ, ਉਹ ਕਿਸੇ ਨੂੰ ਨਹੀਂ ਆਣ ਦੇਣਾ। ਪਰ ਦੁਨੀਆਦਾਰੀ 'ਚ ਰਹਿ ਕੇ ਹਰ ਇੱਕ ਕੰਮ ਨੂੰ ਪੂਰਾ ਕਰਨਾ ਹੈ, ਅਸੀਂ ਚੀਜ਼ਾਂ ਨੂੰ ਪੂਰਾ ਕਰਨਾ ਹੈ, ਅਸੀਂ ਉਹ ਸਾਡੀ ਜ਼ਿੰਮੇਵਾਰੀ ਹੈ। ਪਰ ਸਾਡਾ ਬਾਪ ਸਾਹਿਬ ਜੰਗ ਹੈ, ਉਹ ਜੰਗ ਕਰਨ ਵਾਲਾ ਖੁਦਾ ਹੈ। ਉਹ ਫਿਰ ਅਸੀਂ ਪੜਿਆ, ਉਹ ਗਯੂਰ ਖੁਦਾ ਹੈ, ਉਹ ਗੈਰਤ ਵਾਲਾ ਹੈ। ਸਰ ਸਾਨੂੰ ਕਿੰਨੀ ਕੁ ਗੈਰਤ ਹੈ ਅੱਜ ਉਹਦੇ ਨਾਂ ਦੀ? ਅਸੀਂ ਲੋਕਾਂ ਨੂੰ ਕਹਿੰਦੇ ਸੁਣਿਆ, ਇਹਨੂੰ ਤੇ ਖੁਦਾ ਅੱਲੋਂ ਹੀ ਕੋਈ ਲਾਨਤ ਪਈ ਹੈ, ਹਨਾ? ਕਿੰਨੇ ਕਿੰਨੇ ਸੁਣਿਆ ਹੈ, ਕਈਆਂ ਕਿਹਾ ਵੀ ਇਹ ਖੁਦਾ ਖੈਰ ਕਰੇ। ਲਾਨਤ ਖੁਦਾ ਅੱਲੋਂ ਨਹੀਂ ਹੈ ਕਿ ਇਹਨੂੰ ਤੇ ਖੁਦਾ ਅੱਲੋਂ ਹੀ, ਇੱਕ ਗਲਤ ਗੱਲ ਹੈ। ਖੁਦਾ ਅੱਲੋਂ ਬਰਕਤ ਹੈ। ਲਾਨਤਾਂ ਅਸੀਂ ਕਮਾਈਆਂ ਨੇ, ਆਪਣੇ ਕਿਰਦਾਰ ਨੂੰ ਖਰਾਬ ਕਰਕੇ, ਆਪਣੇ ਆਪ ਨੂੰ ਭੈੜਾ ਕਰਕੇ, ਬੁਰੀਆਂ ਚੀਜ਼ਾਂ 'ਚ ਪੈ ਕੇ। ਯਾਦ ਰੱਖਣਾ, ਤੁਹਾਨੂੰ ਇੱਕ ਚੀਜ਼ ਦਿੱਤੀ ਗਈ, ਉਹ ਤੁਹਾਡੇ ਇਖਤਿਆਰ 'ਚ ਵੇ, ਜਿਸ ਤਰ੍ਹਾਂ ਮਰਜ਼ੀ ਇਸਤੇਮਾਲ ਕਰ ਲਓ ਉਹਨੂੰ। ਤੁਸੀਂ ਚਾਹ ਕੇ ਤੇ ਉਹਨੂੰ ਬਰਕਤ ਬਣਾ ਸਕਦੇ ਹੋ ਆਪਣੇ ਹੱਥੇ। ਲੋਕਾਂ ਨੇ ਖੁਦਾ ਦੀ ਵਫਾਦਾਰੀ ਦੇ ਵਿੱਚ ਰਹਿ ਕੇ ਆਪਣੀਆਂ ਜ਼ਿੰਦਗੀਆਂ ਵਧਾ ਰਹੀਆਂ। ਲੋਕਾਂ ਨੇ ਖੁਦਾ ਦੀ ਵਫਾਦਾਰੀ 'ਚ ਰਹਿ ਕੇ ਆਪਣੇ ਆਪ ਨੂੰ ਬਦਲ ਲਿਆ, ਆਪਣੇ ਆਪ ਨੂੰ ਖੁਦਾ ਦੇ ਨਜ਼ਦੀਕ ਕਰਕੇ ਉਹਨਾਂ ਮਸਲਿਆਂ 'ਚੋਂ ਕੱਢ ਲਿਆ ਜਿਨ੍ਹਾਂ ਦੇ ਵਿੱਚ ਦੁਨੀਆ ਪਈ ਸੀ। ਉਹਨਾਂ ਨੇ ਆਪਣੇ ਆਪ ਨੂੰ ਕੱਢ ਲਿਆ। ਕਿਉਂ? ਕਿਉਂਕਿ ਖੁਦਾ ਦੀ ਵਫਾਦਾਰੀ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਤੇ ਖੁਦਾ ਨੇ ਜਦੋਂ ਵੇਖੀ, ਖੁਦਾ ਨੇ ਸਰ ਇੱਥੇ ਦੁਨੀਆਦਾਰੀ 'ਚ ਰਹਿ ਕੇ ਅਗਰ ਅਸੀਂ ਕਿਸੇ ਦੇ ਨਾਲ ਬਿਹਤਰ ਰਹੀਏ, ਸਾਨੂੰ ਤੇ ਉਹ ਨਹੀਂ ਛੱਡਦਾ। ਉਹ ਕਹਿੰਦਾ ਨਹੀਂ ਯਾਰ, ਇਹਨੇ ਸਾਥ ਦਿੱਤਾ ਸੀ ਮੇਰਾ। ਕੋਈ ਵੀ ਗੈਰਤ ਵਾਲਾ ਬੰਦਾ ਨਹੀਂ ਛੱਡੇਗਾ ਕਿ ਨਹੀਂ ਯਾਰ, ਇਹਨੇ ਮੇਰੇ ਭੈੜੇ ਟਾਈਮ 'ਚ ਸਾਥ ਦਿੱਤਾ ਸੀ ਮੇਰਾ। ਇਹ ਬੜਾ ਗੱਲਾਂ ਦਾ ਪੱਕਾ ਹੈ। ਅੱਛੀਆਂ ਲੋਕਾਂ ਦੀ ਲੋਕ ਤਾਰੀਫ ਕਰਦੇ ਨੇ ਤੇ ਸਾਥ ਦੇਣਾ ਵੀ ਚਾਹੁੰਦੇ ਨੇ। ਸਰ ਖੁਦਾ ਜਿਹੜਾ ਮੁਹੱਬਤ ਵਾਲਾ ਖੁਦਾ ਹੈ, ਜਿਹੜਾ ਚਾਹੁੰਦਾ ਹੈ ਕਿ ਲੋਕ ਉਹਦੇ ਪਿੱਛੇ ਚੱਲਣ, ਲੋਕ ਉਹਨੂੰ ਜਾਣਨ, ਸਮਝਣ, ਸਿੱਖਣ, ਉਹਦੇ ਪਿੱਛੇ ਚੱਲਣ, ਉਹਦੀ ਪੈਰਵੀ ਕਰਨ, ਉਹ ਤੁਹਾਨੂੰ ਕਿੰਜ ਛੱਡ ਸਕਦਾ ਹੈ? ਉਹਨੇ ਛੱਡਿਆ ਇਸ ਤੋਂ ਕਿਉਂਕਿ ਤੁਸੀਂ ਉਹਦੇ ਹੁਕਮਾਂ ਤੇ ਚੱਲਣਾ ਛੱਡ ਦਿੱਤਾ, ਤੁਸੀਂ ਉਹਦੇ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ, ਤੁਸੀਂ ਆਪਣੀ ਜ਼ੁਬਾਨ ਨੂੰ ਗਲਤ ਇਸਤੇਮਾਲ ਕੀਤਾ, ਤੁਸੀਂ ਆਪਣੇ ਚਾਲ ਚੱਲਣ ਨੂੰ ਗਲਤ ਇਸਤੇਮਾਲ ਕੀਤਾ, ਆਪਣੇ ਕਿਰਦਾਰ ਨੂੰ, ਆਪਣੇ ਕਦਮਾਂ ਨੂੰ, ਆਪਣੇ ਹੱਥਾਂ ਨੂੰ ਗਲਤ ਇਸਤੇਮਾਲ ਕੀਤਾ। ਗਲਤ ਇਸਤੇਮਾਲ ਕਰਨ ਦੇ ਨਾਲ ਲਾਨਤਾਂ ਜ਼ਿੰਦਗੀ 'ਚ ਬਣ ਗਈਆਂ। ਨਸ਼ੇਬਾਜ਼ੀਆਂ 'ਚ ਪੈ ਕੇ, ਪ੍ਰੋਬਲਮ 'ਚ ਪੈ ਕੇ, ਲਾਨਤਾਂ 'ਚ ਲੈ ਕੇ ਅਸੀਂ ਜੋ ਕੁਝ ਕਮਾਇਆ ਉਹ ਅਸੀਂ ਅੱਗੇ ਦੇ ਕੇ ਜਾਵਾਂਗੇ। ਯਾਦ ਰੱਖਣਾ, ਅੱਜ ਜੋ ਕੁਝ ਤੁਸੀਂ ਕਮਾ ਲੋਗੇ ਨਾ ਇਸ ਦੁਨੀਆ ਦੇ ਵਿੱਚ ਰਹਿ ਕੇ, ਤੁਸੀਂ ਚਾਹੋ ਪਿਛਲੀਆਂ ਲਾਨਤਾਂ ਨੂੰ ਖਤਮ ਕਰ ਦਿਓ, ਤੁਸੀਂ ਚਾਹੋ ਨਾਲ ਹੋਰ ਵਧਾ ਲਓ ਤੇ ਉਹ ਦੇ ਜਾਓ ਆਪਣੇ ਔਲਾਦ ਨੂੰ, ਵਧਾਓ ਤੇ ਦੇ ਜਾਓ। ਤੁਸੀਂ ਚਾਹੋ ਤੇ ਖਤਮ ਕਰ ਦਿਓ, ਇਹ ਤੁਹਾਡੇ ਤੇ ਆ। ਖੁਦਾ ਨੇ ਜ਼ਿੰਦਗੀ ਤੁਹਾਡੇ ਕੰਟਰੋਲ 'ਚ ਕਰ ਦਿੱਤੀ ਗਈ, ਇਖਤਿਆਰ ਤੁਹਾਡੇ ਕੰਟਰੋਲ 'ਚ ਦੇ ਦਿੱਤਾ। ਤੇ ਹੁਣ ਨਹੀਂ ਦਿੱਤਾ। ਸਰੀ ਅਦਨ ਦਾ ਮਾਮਲਾ ਸੀ, ਅਦਨ ਦੇ ਵਿੱਚ ਵੀ ਕਿਹਾ ਕਿ ਜਾ ਤੇ ਜੋ ਚਾਹਨਾ ਕਰ, ਇੱਕ ਕੰਮ ਨਾ ਕਰੀ। ਹੁਣ ਮਾਮਲਾ ਹੈ ਕਿ ਜਿਹੜੇ ਇੱਕ ਕੰਮ ਤੋਂ ਮਨਾ ਕੀਤਾ ਇਹ ਉਹੀ ਕਰਦਾ, ਤੇ ਕਰਵਾਉਣ ਵਾਲਾ ਕੌਣ? ਸ਼ੈਤਾਨ ਹੈ। ਹੁਣ ਹਰ ਉਹ ਕੰਮ ਜਿਹੜਾ ਖੁਦਾ ਦੀ ਮਰਜ਼ੀ ਦੇ ਖਿਲਾਫ ਹੈ, ਜਿਹੜਾ ਖੁਦਾ ਦੀ ਮਰਜ਼ੀ ਚੋਂ ਬਾਹਰ ਹੈ, ਉਹ ਸ਼ੈਤਾਨ ਵੱਲੋਂ ਹੈ ਤੇ ਲੋਕ ਕਰਦੇ ਨੇ। ਉਹ ਕਰਕੇ ਤੇ ਫਿਰ ਇੱਕ ਕਮਾਈ ਕਰਦੇ ਨੇ। ਕਮਾਈ ਕੀ? ਕਮਾਈ ਉਹ ਕਿ ਜੋ ਅਸੀਂ ਕਰ ਰਹੇ ਹਾਂ, ਆਪਣਾ ਮਾਲ ਉੱਥੇ ਜਮਾ ਕਰਨ ਦਾ ਮਤਲਬ ਇਹ ਨਹੀਂ ਕਿ ਮੈਂ ਪੈਸੇ ਕਮਾ ਕੇ ਤੇ ਮੈਂ ਉੱਥੇ ਕੋ ਭੇਜਣੇ ਆ, ਜਿੰਜ ਬਾਹਰ ਦੇ ਮੁਲਕ ਵਾਲੇ ਭੇਜਦੇ ਨੇ ਇੱਥੇ ਕਿ ਜੀ ਆਪਣਾ ਮਾਲ ਜਮਾ ਉੱਥੇ ਕਰ। ਇਹਦਾ ਮਤਲਬ ਹੈ ਕਿ ਮੈਂ ਦਿਹਾੜੀਆਂ ਲਾ ਕੇ ਪੈਸੇ ਉੱਥੇ ਭੇਜਣੇ ਨੇ। ਇਹਦਾ ਮਤਲਬ ਮੇਰਾ ਕਿਰਦਾਰ ਉੱਥੇ ਕਾਊਂਟ ਹੋਣਾ ਹੈ, ਮੇਰਾ ਬੋਲਣਾ ਕਾਊਂਟ ਉੱਥੇ ਹੋਣਾ ਹੈ, ਮੈਂ ਜੋ ਕਰ ਰਿਹਾ ਉਹ ਸਾਰਾ ਉੱਥੇ ਵੇਖਿਆ ਜਾਣਾ ਹੈ। ਉਹ ਹਰ ਇੱਕ ਚੀਜ਼ ਉੱਤੇ ਇਕੱਠੀ ਹੋ ਰਹੀ ਹੈ ਤੇ ਜਦੋਂ ਹਰ ਚੀਜ਼ ਉੱਤੇ ਇਕੱਠੀ ਹੋ ਰਹੀ ਹੈ ਤੇ ਕਮਾਈ ਹੈ ਮੇਰੀ। ਤੇ ਜੇ ਮੈਂ ਗਲਤ ਚੱਲਿਆ, ਜੇ ਮੇਰੇ ਤਰੀਕੇਕਾਰ ਗਲਤ ਹੋਏ, ਜਿਸ ਤਰ੍ਹਾਂ ਮੇਰੇ ਆਬਾਓ ਅਜਦਾਦ ਚੱਲੇ ਉਹ ਨਾਫਰਮਾਨ ਸਨ, ਉਹਨਾਂ ਨੇ ਖੁਦਾ ਨੂੰ ਜੇ ਨਹੀਂ ਮੰਨਿਆ, ਤੇ ਜੇ ਮੈਂ ਉਹਨਾਂ ਦੇ ਰਸਤੇ ਤੇ ਚੱਲਿਆ ਵਾਂ ਤੇ ਲਾਨਤਾਂ ਮੈਂ ਖੁਦ ਖੱਟੀਆਂ, ਲਾਨਤਾਂ ਨੂੰ ਮੈਂ ਆਪਣੀ ਜ਼ਿੰਦਗੀ 'ਚ ਖੁਦ ਕਮਾਇਆ ਤੇ ਮੈਂ ਜੋ ਕਮਾਵਾਂਗਾ ਮੈਂ ਆਪਣੀ ਔਲਾਦ ਨੂੰ ਦੇ ਕੇ ਜਾਵਾਂਗਾ। ਇਹ ਮੇਰੇ ਤੇ ਵੇ, ਇਹ ਮੇਰੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਸਿਰਫ ਇਹ ਨਹੀਂ ਕਿ ਤੁਸੀਂ ਬੱਚੇ ਪੈਦਾ ਕਰੋ ਤੇ ਬੱਚਿਆਂ ਨੂੰ ਵੱਡਾ ਕਰੋ, ਉਹਨਾਂ ਨੂੰ ਰੋਟੀ ਖਵਾਓ ਤੇ 4 ਮਰਲੇ ਜਗ੍ਹਾ ਲੈ ਕੇ ਤੇ ਉਹਨਾਂ ਨੂੰ ਦੇ ਕੇ ਮਰ ਜਾਓ। ਹਾਂ, ਇਹ ਨਹੀਂ ਸਹੀ। ਉਹ ਐਸੀ ਕਿ ਬਰਕਤ ਦੇ ਵਾਰਸ ਬਣਾਓ ਉਹਨਾਂ ਨੂੰ, ਬਰਕਤ ਦੇ ਵਾਰਸ ਬਣਾਓ ਉਹਨਾਂ ਨੂੰ। ਜਿਹੜੀਆਂ ਗਲਤ ਕੰਮ ਉੱਤੇ ਹੋਏ ਨੇ ਉਹਨਾਂ ਨੂੰ ਖਤਮ ਕਰ ਦਿਓ ਤੇ ਜਿਹੜੇ ਅੱਛੇ ਕੰਮ ਉਤਲਿਆਂ ਨੇ ਕੀਤੇ ਨੇ ਉਹਨਾਂ ਨੂੰ ਫੜੀ ਰੱਖੋ। ਗਲਤ ਕੰਮਾਂ ਨੂੰ ਕੱਢ ਦਿਓ, ਗਲਤ ਤਰੀਕੇ ਕਾਰਾਂ ਨੂੰ ਕੱਢ ਦਿਓ, ਬੁਰੀਆਂ ਚੀਜ਼ਾਂ ਨੂੰ ਛੱਡ ਦਿਓ, ਉਹਨਾਂ ਨੂੰ ਆਪਣੀ ਜ਼ਿੰਦਗੀਆਂ ਚੋਂ ਕੱਢ ਦਿਓ
ਤੇ ਕਲਾਮ ਨੂੰ ਸਾਹਮਣੇ ਰੱਖ ਕੇ ਫਿਰ ਚੱਲੋ। ਜਿਹੜੀਆਂ ਚੀਜ਼ਾਂ ਕਲਾਮ ਦੇ ਵਿੱਚ ਲਿਖੀਆਂ ਉਂਝ ਚੱਲੋ ਤੇ ਫਿਰ ਕੀ ਇਹੋ ਕਮਾਈ ਏ ਜੋ ਅਸੀਂ ਕਰਨੀ ਹੈ। ਅੱਛਾ, ਹੁਣ ਤੁਸੀਂ ਆਪਣਾ ਆਪਣਾ ਹਿਸਾਬ ਲਾਓ, ਜਿੰਨੇ ਤੁਸੀਂ ਇੱਥੇ ਬੈਠੇ ਹੋ ਆਪਣਾ ਆਪਣਾ ਹਿਸਾਬ ਲਓ ਕਿ ਮੈਂ ਕਿਹੋ ਜਿਹਾ ਵਾਂ। ਇੱਕ ਚੀਜ਼, ਉਸ ਤੋਂ ਬਾਅਦ ਮੇਰਾ ਪਿਓ ਕਿਹੋ ਜਿਹਾ ਸੀ, ਉਹਦਾ ਦਾਦਾ, ਇੱਥੇ ਤੱਕ ਹੀ ਸਿਰਫ ਰਹੋ, ਦੂਰ ਜਾਣ ਦੀ ਜ਼ਰੂਰਤ ਨਹੀਂ ਹੈ। ਪਿਓ ਤੇ ਦਾਦਾ ਉਹ ਕਿਰਦਾਰ ਦੇ ਕਿਹੋ ਜਿਹੇ ਸਨ, ਉਹ ਮਸੀਹ ਨੂੰ ਜਾਣਦੇ ਕਿੰਨਾ ਸਨ, ਯਿਸੂ ਮਸੀਹ ਦੀ ਪੈਰਵੀ ਕਿੰਨੀ ਉਹਨਾਂ ਨੇ ਕੀਤੀ ਸੀ, ਉਹ ਕਿੰਨਾ ਮਸੀਹ ਦੇ ਨਾਲ ਚੱਲੇ ਨੇ। ਤੇ ਉਸ ਤੋਂ ਬਾਅਦ ਜੋ ਕਲਾਮ ਅੱਜ ਮੈਨੂੰ ਕਹਿ ਰਿਹਾ, ਉਹਨਾਂ ਨੇ ਕਲਾਮ ਨੂੰ ਕਿੰਨਾ ਫੋਲੋ ਕੀਤਾ। ਆਇਆ ਕਿ ਬਾਈਬਲ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੈ ਜਿਨ੍ਹਾਂ ਦੀ ਅਸੀਂ ਅਸੀਂ ਯੂਸਫ ਦੀ ਗੱਲ ਕਰਨੇ ਆ, ਅਸੀਂ ਅਯੂਬ ਦੀ ਗੱਲ ਕਰਨੇ ਆ, ਅਸੀਂ ਦਾਨੀਅਲ ਦੀ ਗੱਲ ਕਰ, ਅਸੀਂ ਏਲੀਆ ਦੀ, ਅਸੀਂ ਅਲੀਸ਼ਾ ਦੀ, ਅਸੀਂ ਮੂਸਾ ਦੀ, ਅਸੀਂ ਇਹਨਾਂ ਦੀ ਗੱਲ ਕਰ ਰਹੇ। ਸਰ ਮੈਨੂੰ ਦੱਸੋ ਕਿ ਇਹ ਜਿਹੜੇ ਬਾਬੇ ਸਨ, ਇਹ ਜਿਹੜੇ ਬਾਬੇ ਸਨ, ਇਹਨਾਂ ਬਾਬਿਆਂ ਦੇ ਸਾਹਮਣੇ ਕੋਈ ਐਸੀ ਗੱਲ ਆ ਕੇ ਠਹਿਰ ਗਈ ਜਿਹੜੀ ਖੁਦਾ ਦੇ ਖਿਲਾਫ ਹੋਏ ਤੇ ਇਹਨਾਂ ਨੇ ਉਹ ਕੀਤਾ ਹੋਏ ਕੋਈ ਐਸਾ ਕੰਮ, ਕੋਈ ਐਸੀ ਗੱਲ ਇਹ ਨਹੀਂ ਸੀ ਕਰਦੇ। ਇਹਨਾਂ ਨੂੰ ਕਦੀ ਪਰਵਾਹ ਇਸ ਗੱਲ ਦੀ ਨਹੀਂ ਸੀ ਕਿ ਜਨਾਬ ਇਹ ਆਏ ਤੇ ਵਿੱਚ ਆ ਕੇ ਜੋ ਕਰਨਾ ਚਾਹਦੇ ਸੀ ਕਰਕੇ ਵੀ ਕਿਹਾ ਕਿ ਨਹੀਂ ਖੁਦਾਇਆ ਅਸੀਂ ਤੇਰੇ ਹੀ ਆ। ਇਹ ਉਹ ਬਾਬੇ ਸਨ ਜਿਨ੍ਹਾਂ ਨੇ ਹਮੇਸ਼ਾ ਕਲਾਮ ਨੂੰ ਉੱਤਮ ਦਰਜੇ ਤੇ ਰੱਖਿਆ ਕਿ ਨਹੀਂ ਇਹਨੂੰ ਮੰਨੋ, ਜਿਹੜਾ ਇਹਨੂੰ ਨਹੀਂ ਮੰਨੇਗਾ ਉਹ ਸਾਡਾ ਨਹੀਂ ਹੈ। ਇਸ ਤਰ੍ਹਾਂ ਚੱਲੇ ਨੇ। ਤੇ ਜੇ ਮੈਂ ਚਾਹਨਾ ਵਾ ਕਿ ਬਰਕਤਾਂ ਮੇਰੀ ਜ਼ਿੰਦਗੀ 'ਚ ਰਹਿਣ ਤੇ ਮੈਂ ਆਪਣੇ ਦਾਦਿਆਂ ਨੂੰ ਮੰਨਾਂ ਜਾਂ ਇਹ ਬਾਬਿਆਂ ਨੂੰ ਮੰਨਾਂ, ਤੇ ਮੈਂ ਜਿਨ੍ਹਾਂ ਨੂੰ ਮੰਨਾਂਗਾ ਮੈਂ ਉਹਨਾਂ ਜੇ ਬਣਾਂਗਾ। ਤੇ ਜੇ ਮੈਂ ਉਹਨਾਂ ਨੂੰ ਮੰਨਿਆ ਜਿਨ੍ਹਾਂ ਦੇ ਤਰੀਕੇ ਠੀਕ ਨਹੀਂ ਸਨ, ਮੈਂ ਗਲਤ ਨਹੀਂ ਕਹਿਣ ਡਿਆ ਕਿਸੇ ਨੂੰ, ਚਲੋ ਉਹਨਾਂ ਦਾ ਇਹਸਾਨ ਹੈ ਸਾਡੇ ਤੇ ਕਿ ਅਸੀਂ ਦੁਨੀਆ ਦੇ ਵਿੱਚ ਆਏ ਆ, ਅਸੀਂ ਆ ਗਏ, ਪਰ ਮਾਮਲਾ ਇਹ ਵੇ ਕਿ ਅਸੀਂ ਆ ਤੇ ਗਏ, ਉਹਨਾਂ ਦੇ ਵਸੀਲੇ ਆਏ, ਉਹਨਾਂ ਸਾਨੂੰ ਵੱਡਾ ਕੀਤਾ ਤੇ ਅੱਜ ਅਸੀਂ ਇੱਥੇ ਬੈਠੇ ਕਲਾਮ ਨੂੰ ਸੁਣ ਰਹੇ ਹਾਂ। ਤੇ ਇਹ ਆਵਾਜ਼ ਹੈ, ਇਹ ਖੁਦਾ ਦਾ ਕਲਾਮ ਕੀ ਹੈ, ਇਹ ਆਵਾਜ਼ ਹੈ ਕਿ ਜਿਹੜਾ ਸਾਨੂੰ ਦੱਸ ਰਿਹਾ ਹੈ ਕਿ ਮੈਂ ਕੀ ਕਰਾਂ, ਮੈਂ ਆਪਣੇ ਆਪ ਨੂੰ ਬਦਲ ਲਵਾਂ। ਜਿਹੜੀਆਂ ਪ੍ਰੋਬਲਮ ਮੇਰੇ ਤੱਕ ਪਹੁੰਚੀਆਂ ਨੇ ਉਹ ਅੱਗੇ ਨਾ ਜਾਣ। ਮੈਂ ਅਕਸਰ ਲੋਕਾਂ ਨੂੰ ਜਾਣਦਾ ਵਾ ਜਿਹੜੇ ਇਹ ਗੱਲ ਕਰਦੇ ਨੇ ਕਿ ਯਾਰ ਗੱਲ ਇਹ ਵੇ ਕਿ ਸਾਡੇ ਵੱਡਿਆਂ ਤੇ ਸਾਡੇ ਤੇ ਕੁਝ ਨਹੀਂ ਸੀ ਕੀਤਾ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਯਾਰ ਅਸੀਂ ਕੁਝ ਬਾਲਾਂ ਤੇ ਕਰ ਜਾਈਏ। ਹਾਂ, ਉਹਨਾਂ ਨੇ ਹੀ ਦਿੱਤਾ, ਅਸੀਂ ਚਾਹੁੰਦੇ ਹਾਂ ਕਿ ਯਾਰ ਅਸੀਂ ਕੁਝ ਕਰ ਜਾਈਏ। ਸਰਕਾਰ ਅੱਛੀ ਗੱਲ ਹੈ, ਕਰੋ, ਪਰ ਯਾਦ ਰੱਖਣਾ ਇਹ ਲਾਨਤਾਂ ਸਨ, ਕਰਜ਼ਾ ਲਾਨਤ ਹੈ, ਬਿਮਾਰੀਆਂ ਲਾਨਤ ਹੈ, ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਸਾਨੂੰ ਮਿਲੀਆਂ ਨੇ ਜੇ 'ਚ, ਹਾਂ, ਜਿਹੜੀਆਂ ਸਾਡੇ ਨਾਲ ਜੁੜ ਗਈਆਂ। ਜ਼ੋਰ ਲਾਓ, ਇਹਨਾਂ ਨੂੰ ਆਪਣੇ ਨਾਲ ਚੱਲਣ ਨਾ ਦਿਓ, ਇਹਨਾਂ ਨੂੰ ਆਪਣੇ ਖਾਨਦਾਨ ਦੇ ਵਿੱਚ ਜਾਣ ਨਾ ਦਿਓ, ਇਹਨਾਂ ਨੂੰ ਆਪਣੇ ਬੱਚਿਆਂ ਦੇ ਸਪੁਰਦ ਨਾ ਕਰਕੇ ਜਾਓ, ਇਹਨਾਂ ਨੂੰ ਨਾ ਦਿਓ ਬੱਚਿਆਂ ਨੂੰ, ਇਹਨਾਂ ਚੀਜ਼ਾਂ ਨੂੰ ਆਪਣੀ ਔਲਾਦ ਨੂੰ ਨਾ ਦਿਓ, ਉਹਨਾਂ ਤੱਕ ਇਹ ਟ੍ਰਾਂਸਫਰ ਨਾ ਕਰੋ। ਤੁਹਾਨੂੰ ਤੇ ਜੋ ਮਿਲਿਆ ਸੀ ਉਹ ਤੇ ਮਿਲ ਗਿਆ, ਅੱਗੋਂ ਤੁਸੀਂ ਉਹ ਨਾ ਦਿਓ। ਹੁਣ ਸਭ ਤੋਂ ਜ਼ਿਆਦਾ ਕੀ ਕਰਨਾ ਕਹੀਏ, ਵਫਾਦਾਰ ਹੋਣਾ ਪੈਣਾ ਹੈ, ਆਪਣੇ ਮਾਮਲਾਤ ਨੂੰ ਬਿਹਤਰ ਕਰਨਾ ਪੈਣਾ ਹੈ। ਸਰ ਲੂਣ ਮਿਰਚ ਨਾਲ ਵੀ ਰੋਟੀ ਖਾ ਕੇ ਟਾਈਮ ਗੁਜ਼ਰਦਾ ਹੋਏ ਕੱਢ ਦਿਓ, ਗਲਤ ਨਾ ਕਰੋ, ਕਿਸੇ ਨਾਲ ਨਜਾਇਜ਼ ਨਾ ਖਾਓ, ਟਾਈਮ ਕੱਢ ਲਓ, ਤੁਸੀਂ ਬਰਕਤਾਂ ਦੇ ਵਾਰਸ ਬਣਾ ਕੇ ਜਾਓਗੇ ਆਪਣੀ ਨਸਲ ਨੂੰ। ਤੇ ਜੇ ਅਸੀਂ ਹਰ ਇੱਕ ਚੀਜ਼ ਦੇ ਪਿੱਛੇ ਪੈ ਗਏ ਤੇ ਜਨਾਬ ਲਿਆ ਕੇ ਸਾਰਾ ਕੁਝ ਹੀ ਕਰ ਲਿਆ, ਤੇ ਯਾਦ ਰੱਖਣਾ ਬੱਚੇ ਵੀ ਨਾਫਰਮਾਨ, ਬੱਚੇ ਵੀ ਪ੍ਰੋਬਲਮ ਦਾ ਹਿੱਸਾ ਬਣ ਜਾਣਗੇ। ਇਸ ਤੋਂ ਜ਼ਰੂਰਤ ਕਿਸ ਗੱਲ ਦੀ ਹੈ? ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਇਹਨਾਂ ਲਾਨਤਾਂ ਨੂੰ ਜੇ ਚਾਹੁੰਦੇ ਆ, ਕਿਉਂ? ਕਿਉਂਕਿ ਬਰਕਤ ਤੇ ਲਾਨਤ, ਬਰਕਤ ਦਾ ਆਪੋਜ਼ਿਟ ਹੈ, ਜਿਹੜਾ ਮਤਲਬ ਇਹਦਾ ਉਲਟ, ਬਰਕਤ ਦਾ ਉਲਟ ਕੀ ਹੈ? ਲਾਨਤ। ਅਗਰ ਬਰਕਤ ਮੈਂ ਨਾ ਲੈ ਸਕਿਆ ਤੇ ਲਾਨਤ ਦਾ ਮੈਂ ਵਾਰਸ ਬਣਾਗਾ। ਤੇ ਜੇ ਮੈਂ ਚਾਹਨਾ ਮੈਂ ਲਾਨਤਾਂ ਚੋਂ ਨਿਕਲਾਂ, ਮੈਨੂੰ ਬਰਕਤ ਵਾਲੇ ਪਾਸੇ ਜਾਣਾ ਪਏਗਾ ਕਿ ਖੁਦਾ ਦੀ ਬਰਕਤ ਮੇਰੀ ਜ਼ਿੰਦਗੀ 'ਚ ਰਹੇ, ਮੈਨੂੰ ਲਾਨਤਾਂ ਦੇ ਵਿੱਚੋਂ ਨਿਕਲਣਾ ਪਏਗਾ। ਤੇ ਜਿਹੜੀਆਂ ਚੀਜ਼ਾਂ ਮੈਂ ਵੇਖਾਂ, ਅੱਜ ਮੈਂ ਗੌਰ ਕਰਾਂ ਇਸ ਗੱਲ ਤੇ ਕਿ ਮੇਰੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮ ਨੇ, ਜਿਹੜੀਆਂ ਲਾਨਤਾਂ ਮੇਰੀ ਜ਼ਿੰਦਗੀ ਦੇ ਵਿੱਚ ਆਈਆਂ ਨੇ, ਜਿਹੜੀਆਂ ਚੀਜ਼ਾਂ ਮੇਰੇ ਨਾਲ ਜੁੜ ਗਈਆਂ, ਮੈਂ ਉਹਨਾਂ ਦੇ ਖਿਲਾਫ ਖੜਾ ਹੋਵਾਂ, ਮੈਂ ਆਪਣੇ ਕਿਰਦਾਰ ਨੂੰ ਸਭ ਤੋਂ ਪਹਿਲੇ ਬਿਹਤਰ ਕਰਾਂ, ਮੈਂ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚੋਂ ਕੱਢਾਂ, ਉਹਨਾਂ ਨੂੰ ਛੱਡਾਂ ਜਿਹੜੀਆਂ ਗਲਤ ਨੇ, ਕਲਾਮ ਦੇ ਮੁਤਾਬਕ ਚੱਲਾਂ ਤੇ ਹਰ ਉਹ ਬੁਰੀ ਰੂਹ ਦੇ ਖਿਲਾਫ, ਹਰ ਉਹ ਪ੍ਰੋਬਲਮ ਦੇ ਖਿਲਾਫ ਜਿਹੜੀ ਮੇਰੀ ਜ਼ਿੰਦਗੀ ਦਾ ਹਿੱਸਾ ਬਣੇਗੇ, ਉਹਨੂੰ ਆਪਣੀ ਜ਼ਿੰਦਗੀ 'ਚੋਂ ਕੱਢਾਂ ਤੇ ਫਿਰ ਉਹ ਜਾਣਗੇ। ਤੇ ਜੇ ਮੈਂ ਸਿਰਫ ਇਹ ਕਹਾਂ ਕਿ ਨਹੀਂ ਜੀ ਠੀਕ ਹੈ ਜੀ, ਕੰਮ ਸਿਰਫ ਇਹ ਹੀ ਸੀ ਕਿ ਜੋ ਦੀਵਾ ਬਾਲਣਾ, ਜਿਹੜੀ ਚੀਜ਼ ਮੇਰੇ ਨਾਲ ਜੁੜੀ ਗਈ ਉਹ ਅੱਗੇ ਜਾਏਗੀ, ਜੋ ਮੈਂ ਕਮਾਇਆ ਹੈ ਉਹ ਅੱਗੇ ਜਾਣਾ ਹੈ। ਇਸ ਤੋਂ ਮੈਂ ਬਰਕਤ ਦਾ ਵਸੀਲਾ ਬਣਾ, ਮੈਂ ਆਪਣੇ ਖਾਨਦਾਨ ਵਾਸਤੇ, ਆਪਣੀ ਜ਼ਿੰਦਗੀ ਵਾਸਤੇ ਸਭ ਇਹ ਕਰਨ ਦੇ ਨਾਲ ਹੋਏਗਾ ਕਿ ਮੁਸ਼ਕਲਾਤ 'ਚ ਜ਼ਿੰਦਗੀ ਗੁਜ਼ਾਰ ਜਾਵਾਂਗਾ, ਪਰ ਆਪਣੀ ਆਖਰਤ ਜਿਹੜੀ ਆਪਣੀ ਅਗਲੀ ਜ਼ਿੰਦਗੀ ਬਿਹਤਰ ਕਰ ਜਾਵਾਂਗਾ ਤੇ ਦੂਜਿਆਂ ਦੀ ਵੀ ਕਰ ਜਾਵਾਂਗਾ। ਲੋਕ ਜਦੋਂ ਗੱਲ ਕਰਨਗੇ ਨਾ ਉਹ ਇਹ ਜ਼ਰੂਰ ਕਹਿਣਗੇ ਕਿ ਇਮਾਨਦਾਰ ਆਦਮੀ ਸੀ ਯਾਰ, ਉਹ
ਇੱਥੇ ਵੀ ਗੱਲ ਹੋਏਗੀ ਤੇ ਉੱਤੇ ਵੀ ਗੱਲ ਹੋਏਗੀ। ਇਹ ਜ਼ਰੂਰੀ ਹੈ ਕਿ ਇਹ ਗੱਲ ਹੋਏ ਸਾਡੇ ਵਾਸਤੇ। ਹਾਂ, ਪਰ ਯਾਦ ਰੱਖਣਾ ਕਲਾਮ ਚ ਇਹੀ ਹੈ ਕਿ ਪਹਿਲੇ ਉਹਦੀ ਰਾਸਤਬਾਜ਼ੀ ਤੇ ਬਾਦਸ਼ਾਹੀ ਦੀ ਤਲਾਸ਼ ਕਰੋ, ਉਹ ਹਰ ਇੱਕ ਚੀਜ਼ ਤੁਹਾਨੂੰ ਦੇਗਾ। ਅਸੀਂ ਬਾਈਬਲ ਦੇ ਵਿੱਚ ਵੇਖਦੇ ਹਾਂ, ਉਹਨੇ ਕਦੀ ਵੀ ਪ੍ਰੋਬਲਮ ਦੇ ਵਿੱਚ ਆਪਣੇ ਲੋਕਾਂ ਨੂੰ ਛੱਡਿਆ ਨਹੀਂ ਹੈ। ਸਰ, ਸਾਨੂੰ ਨਹੀਂ ਛੱਡੇਗਾ, ਉਹ ਅਜ਼ਮਾਏਗਾ ਜ਼ਰੂਰ, ਉਹ ਚੈੱਕ ਜ਼ਰੂਰ ਕਰੇਗਾ ਕਿ ਅਸੀਂ ਕਿੰਨੇ ਵਫਾਦਾਰ ਹਾਂ। ਤੇ ਜਦੋਂ ਅਸੀਂ ਇਸ ਗੱਲ ਨੂੰ ਸਾਬਤ ਕਰ ਦਿੱਤਾ ਕਿ ਅਸੀਂ ਵਫਾਦਾਰ ਹਾਂ, ਉਹ ਨਹੀਂ ਛੱਡੇਗਾ ਸਾਨੂੰ। ਅਸੀਂ ਚੈੱਕ ਹੋ ਗਏ ਉਹਦੇ ਸਾਹਮਣੇ, ਉਹਨੇ ਸਾਨੂੰ ਅਜ਼ਮਾ ਲਿਆ, ਉਹਨੇ ਚੈੱਕ ਕਰ ਲਿਆ। ਫਿਰ ਇੱਕ ਟਾਈਮ ਆਏਗਾ ਉਹ ਸਾਨੂੰ ਉੱਚਾ ਕਰੇਗਾ, ਉਹ ਸਾਨੂੰ ਵਧਾਏਗਾ, ਉਹ ਸਾਨੂੰ ਉਸ ਲੈਵਲ ਤੇ ਲੈ ਜਾਏਗਾ ਜਿੱਥੇ ਅਸੀਂ ਚਾਹ ਕੇ ਵੀ ਨਹੀਂ ਜਾ ਸਕਦੇ। ਕਿਉਂ? ਕਿਉਂਕਿ ਕਾਮਯਾਬੀ ਜਿਹੜੀ ਉਹ ਖੁਦਾ ਲਵਾਉਂਦੀ ਹੈ। ਹਾਲੇਲੂਇਆ। ਤੇ ਅਗਲੀ ਗੱਲ, ਕਾਮਯਾਬੀ ਜੇ ਖੁਦਾ ਲਵਾਉਂਦੀ ਹੈ ਤੇ ਇਸ ਜਹਾਨ ਦਾ ਖੁਦਾ ਵੀ ਹੈ। ਤੇ ਜਿਹੜੀ ਕਾਮਯਾਬੀ ਲੋਕ ਸਮਝਦੇ ਨੇ ਨਾ ਕਿ ਮਾਲ ਦੌਲਤ ਇਹ ਉਹ ਰੁਪਇਆ ਪੈਸਾ, ਇਹ ਸਾਰਾ ਉਹਦੇ ਕੰਟਰੋਲ ਚ ਵੀ ਹੈ, ਸ਼ੈਤਾਨ ਦੇ ਕੰਟਰੋਲ ਚ ਵੀ ਹੈ। ਉਹ ਵੀ ਦੇ ਸਕਦਾ ਹੈ। ਮੈਂ ਇਹ ਵੇਖਾਂ ਕਿ ਮੈਂ ਕਿਹੜੀ ਸਾਈਡ ਤੋਂ ਬਰਕਤ ਲੈ ਰਿਹਾ ਵਾਂ। ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਬਰਕਤ ਮੈਂ ਲੈ ਰਿਹਾ ਉਹ ਵਾਕਈ ਬਰਕਤ ਹੈ ਜਾਂ ਲਾਨਤ ਹੈ। ਗਲਤ ਕਰਕੇ ਨਾ ਕਮਾਵਾਂ। ਇਸ ਗੱਲ ਨੂੰ ਯਾਦ ਰੱਖਾਂ ਕਿ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਬਿਹਤਰ ਤੌਰ ਦੇ ਨਾਲ ਮਸੀਹ ਦੇ ਸਾਹਮਣੇ ਜਦੋਂ ਵੀ ਜਾਏ, ਮੈਨੂੰ ਇਸ ਗੱਲ ਦਾ ਪੂਰਾ ਕੌਨਫੀਡੈਂਸ ਹੋਏ ਕਿ ਮੈਂ ਅੱਛਾ ਜੀ ਕੇ ਆਇਆ ਵਾਂ, ਮੈਂ ਕਲਾਮ ਦੇ ਮੁਤਾਬਕ ਸਾਂ। ਇਹਨਾਂ ਗੱਲਾਂ ਚੋਂ ਬਾਹਰ ਨਿਕਲ ਗਏ, ਬੜੀਆਂ ਥੱਕੀਆਂ ਟੁੱਟੀਆਂ ਗੱਲਾਂ ਲੋਕਾਂ ਦੀਆਂ। ਵੇਖੋ ਜੀ ਇਹ ਜੀ ਹਿਸਾਬ ਉੱਤੇ, ਵੇਖੋ ਜੀ ਉਹਦੀ ਮਰਜ਼ੀ ਜੀ, ਉਹਨੇ ਜੋ ਚਾਹਣਾ ਜੀ ਵੇਖੋ ਜੀ ਉਹ ਕਰਨਾ ਉਹਨੇ ਜੀ। ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਖੁਦਾ ਇਨਸਾਫ ਵਾਲਾ ਖੁਦਾ ਨਹੀਂ ਹੈ, ਉਹ ਇਨਸਾਫ ਨਹੀਂ ਕਰਦਾ। ਮੈਂ ਆਪਣੀ ਜ਼ਿੰਦਗੀ ਤੰਗੀਆਂ ਦੇ ਵਿੱਚ ਗੁਜ਼ਾਰ ਕੇ ਜਾਵਾਂ, ਮੈਂ ਆਪਣੀ ਜ਼ਿੰਦਗੀ ਪ੍ਰੋਬਲਮ 'ਚ ਗੁਜ਼ਾਰ ਕੇ ਜਾਵਾਂ, ਤੇ ਉਹ ਮੈਨੂੰ ਜਿੱਥੇ ਮਰਜ਼ੀ ਸੁੱਟ ਦੇ ਤੇ ਕਵੇ ਮੇਰੀ ਮਰਜ਼ੀ ਹੈ। ਸਰ, ਆਪਾਂ ਜਿਹੜੇ ਖੁਦਾ ਦੀ ਗੱਲ ਕਰ ਰਹੇ ਹਾਂ ਉਹ ਇਹੋ ਜਿਹਾ ਨਹੀਂ ਹੈ। ਉਹ ਹਮੇਸ਼ਾ ਵੇਖੇਗਾ ਕਰਦਾ ਕੀ ਹੈ। ਉਹ ਹਮੇਸ਼ਾ ਕਲਾਮ 'ਚ ਗੱਲ ਵੀ ਇਹੀ ਕਰੇਗਾ ਕਿ ਹੁਣ ਗੱਲ ਹੋਈ ਕਿ ਤੀਜੀ ਤੇ ਚੌਥੀ ਪੁੱਛ ਨੂੰ ਮੈਂ ਸਜ਼ਾ ਦਿਆਂਗਾ। ਫਿਰ ਅਗਲੀ ਗੱਲ ਭਲਾ ਕੀ ਹੈ? ਯਾਦ ਰੱਖਣਾ, ਅਗਰ ਉਹ ਆਏ, ਅਗਰ ਉਹ ਬੇਟਾ ਪੈਦਾ ਹੋਏ, ਅਗਰ ਉਹ ਦੁਨੀਆ ਦੇ ਵਿੱਚ ਆਏ, ਅਗਰ ਕੋਈ ਪੈਦਾ ਹੋਏ ਦੁਨੀਆ ਦੇ ਵਿੱਚ ਆਏ, ਤੇ ਉਹ ਆਪਣੇ ਤਰੀਕਿਆਂ ਨੂੰ ਬਿਹਤਰ ਕਰੇ, ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਕਰੇ, ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਕਰੇ, ਮਸੀਹ ਦੇ ਨਾਲ ਬਿਹਤਰ ਤੌਰ ਤੇ ਚੱਲੇ, ਆਪਣੇ ਬੁਰੇ ਕੰਮਾਂ ਨੂੰ ਜਿਹੜੇ ਪਿਓ ਦਾਦਿਆਂ ਨੇ ਕੀਤੇ ਸੀ ਉਹਨਾਂ ਨੂੰ ਛੱਡੇ, ਉਹਨਾਂ ਨੂੰ ਤਰਕ ਕਰੇ, ਆਪਣੇ ਆਪ ਨੂੰ ਮੇਰੇ ਸਪੁਰਦ ਕਰੇ। ਜਦੋਂ ਉਹ ਚੱਲੇਗਾ ਤੇ ਫਿਰ ਕੀ ਹੋਏਗਾ? ਫਿਰ ਉਹਦੇ ਤੇ ਰਹਿਮ ਕੀਤਾ ਜਾਏਗਾ, ਫਿਰ ਉਹ ਵਧੇਗਾ, ਉਹ ਬੜੋਤਰੀ 'ਚ ਚੱਲੇਗਾ। ਕਿਉਂ? ਕਿਉਂਕਿ ਉਹਨੇ ਅਬਾਓ ਅਜਦਾਦ ਦੇ ਉਹਨਾਂ ਬੁਰੇ ਕੰਮਾਂ ਨੂੰ ਤਰਕ ਕੀਤਾ ਹੈ। ਤੇ ਜਦੋਂ ਉਹ ਤਰਕ ਕਰੇਗਾ ਤੇ ਫਿਰ ਉਹ ਬਰਕਤ ਆਪਣੀ ਜ਼ਿੰਦਗੀ 'ਚ ਲੈ ਸਕੇਗਾ। ਤੇ ਜੇ ਕਿਸੇ ਨੇ ਉਹ ਕੀਤਾ ਨਾ ਹੋਏ ਤੇ ਫਿਰ ਬਰਕਤ ਨਹੀਂ ਆਣੀ। ਅਸੀਂ ਤੇ ਚਾਹੁੰਦੇ ਹਾਂ ਬਰਕਤ ਸਾਡੀ ਜ਼ਿੰਦਗੀ ਦੇ ਵਿੱਚ ਠਹਿਰੇ, ਅਸੀਂ ਬਰਕਤ ਦੇ ਵਾਰਸ ਬਣੀਏ। ਤੇ ਬਰਕਤ ਦੇ ਵਾਰਸ ਬਣਨ ਵਾਸਤੇ ਆਪਣੇ ਬੁਰੇ ਕੰਮਾਂ ਨੂੰ ਖੁਦਾ ਦੇ ਸਾਹਮਣੇ ਉਹ ਦੂਰ ਕਰਨਾ ਪਏਗਾ। ਆਪਣੀ ਜ਼ਿੰਦਗੀ 'ਚੋਂ ਬੁਰੇ ਕੰਮਾਂ ਨੂੰ ਕੱਢ ਕੇ, ਉਹਨਾਂ ਨੂੰ ਛੱਡ ਕੇ ਮਸੀਹ ਦੇ ਸਪੁਰਦ ਆਪਣੇ ਆਪ ਨੂੰ ਕਰਕੇ ਚੱਲਣਾ ਪਏਗਾ। ਤੇ ਜਦੋਂ ਅਸੀਂ ਚੱਲਾਂਗੇ ਆਪਣੇ ਬੱਚਿਆਂ ਵਾਸਤੇ ਉਹੀ ਕਰਕੇ ਜਾਵਾਂਗੇ। ਅਸੀਂ ਯਾਦ ਰੱਖਣਾ ਹੈ, ਬੜੀ ਵੱਡੀ ਜ਼ਿੰਮੇਵਾਰੀ ਹੈ। ਔਲਾਦ ਦੀ ਜ਼ਿੰਮੇਵਾਰੀ ਬੜੀ ਵੱਡੀ ਜ਼ਿੰਮੇਵਾਰੀ ਹੈ। ਖੁਦਾ ਨੇ ਜੇ ਤੁਹਾਨੂੰ ਉਹ ਜ਼ਿੰਮੇਵਾਰੀ ਦਿੱਤੀ ਹੈ, ਸਰ ਇਹੋ ਜਿਹੇ ਬਣ ਜਾਓ ਕਿ ਜਿਹੜੀ ਔਲਾਦ ਤੁਹਾਡੀ ਹੈ ਉਹ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੇ ਤੇ ਤੁਹਾਨੂੰ ਇਹ ਕਹਿਣਾ ਨਾ ਪਵੇ ਕਿ ਮੇਰਾ ਮਾਂ ਪਿਓ ਸੀ ਜਿਹੜੇ ਮੇਰੇ ਅਬਾਓ ਅਜਦਾਦ ਸੀ ਉਹ ਖੁਦਾ ਨੂੰ ਜਾਣਦੇ ਨਹੀਂ ਸੀ। ਪਰ ਇੱਕ ਗੱਲ ਜ਼ਰੂਰ ਕਰੀਏ ਕਿ ਸਾਡਾ ਮਾਂ ਪਿਓ ਉਹ ਮਾਂ ਪਿਓ ਏ ਜਿਨ੍ਹਾਂ ਨੇ ਖੁਦਾ ਨੂੰ ਜਾਣਿਆ ਸੀ। ਅਸੀਂ ਉਹਨਾਂ ਦੀ ਬਰਕਤ ਦੇ ਥੱਲੇ ਪਲ ਰਹੇ ਹਾਂ। ਯਾਦ ਰੱਖਣਾ, ਬੁਰੀ ਚੀਜ਼ ਦੇ ਵਿੱਚੋਂ ਅੱਛੀ ਚੀਜ਼ ਨਹੀਂ ਨਿਕਲੇਗੀ। ਆਪਣੇ ਆਪ ਨੂੰ ਬਿਹਤਰ ਕਰੀਏ, ਆਪਣੇ ਆਪ ਨੂੰ ਠੀਕ ਤੌਰ ਦੇ ਨਾਲ ਲੈ ਕੇ ਚੱਲੀਏ, ਆਪਣੀ ਤਾਲੀਮ ਨੂੰ ਬਿਹਤਰ ਕਰ ਲਈਏ, ਆਪਣੇ ਬੋਲਣ ਨੂੰ ਬਿਹਤਰ ਕਰੀਏ। ਦੁਨੀਆਦਾਰੀ ਦੇ ਮਾਮਲਾਤ ਦੇ ਵਿੱਚ ਉਲਝ ਗਏ ਨਾ, ਦੁਨੀਆਦਾਰੀ ਦੇ ਬਣ ਕੇ ਚੱਲੀਏ ਨਾ। ਜਿਹੜੀ ਜ਼ਿੰਦਗੀ ਹੈ ਵੇ ਪਿਛਲੀ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਗੁਜ਼ਾਰ ਲਈਏ, ਜਿਹੜੀ ਰਹਿ ਗਈ ਏ ਇਹ ਖੁਦਾ ਦੇ ਸਪੁਰਦ ਕਰਕੇ ਆਪਣੇ ਆਪ ਨੂੰ ਚਲਾਈਏ। ਤੇ ਯਾਦ ਰੱਖਣਾ, ਸਾਡੀ ਜ਼ਿੰਦਗੀ ਜਿੰਨੀ ਵੀ ਹੋ ਗਈ ਏ ਇਹ ਨਹੀਂ ਕਿ ਅਸੀਂ ਹੁਣ ਆਪਾਂ ਜਨਾਬ ਹੁਣ ਪਿਛਲੀ ਉਮਰੇ ਆ ਕੇ ਆਪਾਂ। ਯਾਦ ਰੱਖਣਾ, ਇੱਕ ਕੰਮ ਉਹ ਬੰਦੇ ਦਾ ਜਿਹੜਾ ਡਾਕੂ ਸੀ ਉਹਨੇ ਬਾਦਸ਼ਾਹੀ ਦੇ ਵਿੱਚ ਪਹੁੰਚਾਇਆ ਸੀ ਉਹਨੂੰ। ਸਾਡੀ ਉਮਰ ਜਿਹੜੀ ਮਰਜ਼ੀ ਗਏ, ਗੱਲ ਇਹ ਵੇ ਮੈਂ ਇਸ ਗੱਲ ਨੂੰ ਸਮਝਾ ਕਿ ਖੁਦਾਇਆ ਜਦੋਂ ਮੈਨੂੰ ਨਹੀਂ ਸੀ ਪਤਾ ਉਦੋਂ ਤਾਂ ਨਹੀਂ ਸੀ ਪਤਾ, ਪਰ ਮੈਂ ਆਪਣੇ ਆਪ ਨੂੰ ਤੇਰੇ ਸਪੁਰਦ ਕਰਨਾ ਵਾ। ਮੈਂ ਆਪਣੇ ਤੌਰ ਤਰੀਕਿਆਂ ਨੂੰ ਬਦਲਣਾ ਵਾ, ਮੈਂ ਆਪਣੀ ਜ਼ਿੰਦਗੀ ਨੂੰ ਬਦਲਣਾ ਵਾ। ਮੈਂ ਜਾਣਿਆ ਹੈ ਤੈਨੂੰ, ਮੈਨੂੰ ਪਤਾ ਹੈ ਕਿ ਤੂੰ ਗਯੂਰ ਖੁਦਾ ਹੈ, ਤੂੰ ਗੈਰਤ ਵਾਲਾ ਖੁਦਾ ਹੈ, ਤੂੰ ਅਦਾਵਤ ਰੱਖਣ ਵਾਲਾ ਖੁਦਾ ਹੈ। ਇਹਦਾ ਮਤਲਬ ਮੇਰੇ ਅਬਾਓ ਅਜਦਾਦ ਨੇ ਤੇਰੇ ਨਾਲ ਅਦਾਵਤ ਰੱਖੀ ਸੀ। ਉਹਨਾਂ ਨੇ ਤੈਨੂੰ ਮੰਨਿਆ, ਤੈਨੂੰ ਜਾਣਿਆ, ਤੈਨੂੰ ਸਮਝਿਆ ਨਹੀਂ ਹੈ, ਉਹਨਾਂ ਅਦਾਵਤ ਰੱਖੀ। ਮੈਂ ਉਸ ਅਦਾਵਤ ਦਾ ਹਿੱਸਾ ਨਹੀਂ ਬਣਦਾ, ਮੈਂ ਉਸ ਗੁਨਾਹ ਦਾ। ਕਿਉਂ? ਕਿਉਂਕਿ ਮੈਂ ਤੇਰੀ ਦੁਸ਼ਮਣੀ ਨਹੀਂ ਮੋਲ ਲੈ ਸਕਦਾ। ਮੈਂ ਮਰ ਜਾਵਾਂਗਾ ਅਗਰ ਤੂੰ ਮੇਰੇ ਖਿਲਾਫ ਹੋਇਆ ਤੇ। ਮੈਂ ਨਹੀਂ ਚਾਹੁੰਦਾ ਕਿ ਮੈਂ ਮਰਾਂ, ਮੈਂ ਨਹੀਂ ਚਾਹੁੰਦਾ ਮੈਂ ਹਲਾਕ ਹੋਵਾਂ। ਇਸ ਤੋਂ ਮੈਂ ਇਨਕਾਰ ਕਰਨਾ ਉਹਨਾਂ ਗੁਨਾਹਾਂ ਦੀ, ਉਹਨਾਂ ਤਰੀਕੇ ਕਾਰਾਂ ਦੀ। ਮੈਨੂੰ ਨਹੀਂ ਪਤਾ ਜਿੰਜ ਵੀ ਗੁਜ਼ਾਰ ਕੇ ਗਏ ਨੇ ਉਹ ਗੁਜ਼ਾਰ ਗਏ। ਮੈਂ ਕਲਾਮ ਦੇ ਮੁਤਾਬਕ ਚੱਲਣਾ ਹੈ। ਹਾਲੇਲੂਇਆ।